ਕਿਸਾਨਾਂ ਦੇ ਭਾਰਤ ਬੰਦ ਦਾ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਜ਼ਬਰਦਸਤ ਅਸਰ। ਸੜਕਾਂ ਤੇ ਰੇਲਵੇ ਲਾਈਨਾਂ ਤੇ ਡਟੇ ਕਿਸਾਨ। ਸ਼ਾਮ 4 ਵਜੇ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ। ਮੁਸਾਫਿਰ ਵੀ ਹੋ ਰਹੇ ਪਰੇਸ਼ਾਨ। ਕਿਸਾਨਾਂ ਦੇ ਬੰਦ ਨਾਲ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ। ਐਂਬੂਲੈਂਸ ਨੂੰ ਰਾਹ ਦੇ ਰਹੇ ਨੇ ਕਿਸਾਨ। ਹਸਪਤਾਲ ਤੇ ਮੈਡੀਕਲ ਸਟੋਰ ਵੀ ਖੁੱਲੇ। ਕਿਸਾਨਾਂ ਦੇ ਭਾਰਤ ਬੰਦ ਨੂੰ ਸਿਆਸੀ ਪਾਰਟੀਆਂ ਦਾ ਵੀ ਸਮਰਥਨ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੇਂਦਰ ਨੂੰ ਕਾਨੂੰਨ ਵਾਪਸ ਲੈਣ ਦੀ ਕੀਤੀ ਮੰਗ। ਰਾਹੁਲ ਗਾਂਧੀ ਨੇ ਕੱਸਿਆ ਤੰਜ। ਬੋਲੇ ਕਿਸਾਨਾਂ ਦਾ ਸੱਤਿਆਗ੍ਰਹਿ ਕੇਂਦਰ ਨੂੰ ਨਹੀਂ ਪਸੰਦ। ਅਕਾਲੀ ਦਲ ਅਤੇ ਆਪ ਵੱਲੋਂ ਵੀ ਬੰਦ ਦੀ ਹਮਾਇਤ। ਭਾਰਤ ਬੰਦ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਕਿਸਾਨਾਂ ਨੂੰ ਸਲਾਹ। ਅੰਦੋਲਨ ਦਾ ਰਾਹ ਛੱਡ ਸਰਕਾਰ ਨਾਲ ਕਰਨ ਗੱਲਬਾਤ। ਖੇਤੀ ਕਾਨੂੰਨਾਂ ਨੂੰ ਫਿਰ ਦੱਸਿਆ ਕਿਸਾਨਾਂ ਲਈ ਹਿਤਕਾਰੀ। ਕਿਸਾਨਾਂ ਦੇ ਭਾਰਤ ਬੰਦ ਤੇ ਬੀਜੇਪੀ ਨੇ ਚੱਕੇ ਸਵਾਲ। ਨਿਊਜ਼ 18 ਤੇ ਬੋਲੇ ਇਹ ਬੰਦ ਨਹੀਂ ਗੁੰਡਾਗਰਦੀ। ਖੇਤੀ ਕਾਨੂੰਨ ਜਦੋਂ ਲਾਗੂ ਹੀ ਨਹੀਂ ਹੋਏ ਤਾਂ ਫਿਰ ਬੰਦ ਕਿਉਂ। ਕੈਬਨਿਟ ਵਿਸਤਾਰ ਤੋਂ ਬਾਅਦ ਐਕਸ਼ਨ 'ਚ ਚੰਨੀ ਸਰਕਾਰ। ਥੋੜੀ ਦੇਰ 'ਚ ਨਵੀਂ ਵਜ਼ਾਰਤ ਦੀ ਪਹਿਲੀ ਬੈਠਕ। ਕਈ ਵੱਡੇ ਫੈਸਲੇ ਲੈਣ ਦੀ ਉਮੀਦ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਿਊਜ਼ 18 ਨੇ ਕੀਤੀ ਐਕਸਕਲੂਸਿਵ ਗੱਲਬਾਤ। ਰਾਤ 2 ਵਜੇ ਫੋਨ ਤੇ ਕਿਸਾਨਾਂ ਦੇ ਮੁੱਦੇ ਤੇ ਹੋਏ ਸਵਾਲ। ਮੁੱਖ ਮੰਤਰੀ ਨੇ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਕਿਸਾਨਾਂ ਦੀ ਪੂਰੀ ਮਦਦ ਦਾ ਦਿੱਤਾ ਭਰੋਸਾ। ਬੋਲੇ ਸਰਕਾਰ ਖੜੀ ਹੈ ਕਿਸਾਨਾਂ ਦੇ ਨਾਲ। ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਦੀ ਅੱਜ ਸਰਕਾਰ ਨਾਲ ਬੈਠਕ। ਦੁਪਹਿਰ 12 ਵਜੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨਾਲ ਹੋਏਗੀ ਮੁਲਾਕਾਤ। ਸਿੱਖਿਆ ਵਿਭਾਗ ਦੇ ਸਕੱਤਰ ਵੀ ਰਹਿਣਗੇ ਮੌਜੂਦ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਸ਼ੁਰੂਆਤ ਕਿਸਾਨਾਂ ਦੇ ਧਰਨੇ ਦੇ ਨਾਲ। ਵੱਖ-ਵੱਖ ਥਾਵਾਂ ਤੋਂ ਅਸੀਂ ਤਸਵੀਰਾਂ ਦਿਖਾਉਂਦੇ ਹਾਂ। ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਕਿਸਾਨਾਂ ਵੱਲੋਂ। ਲਗਾਤਾਰ ਨਿਊਜ਼ 18 ਪੰਜਾਬ ਤੇ ਅਸੀਂ ਸਭ ਤੋਂ ਵੱਡੀ ਕਵਰੇਜ, ਲਾਈਵ ਕਵਰੇਜ ਲੈ ਕੇ ਦਰਸ਼ਕਾਂ ਨਾਲ ਪੂਰਾ ਦਿਨ ਜੁੜੇ ਰਵਾਂਗੇ। ਸ਼ਾਮ ਤੱਕ, ਜਦੋਂ ਤੱਕ ਇਹ ਬੰਦ ਦੀ ਕਾਲ ਹੈ, 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ। 4 ਵਜੇ ਤੋਂ ਬਾਅਦ ਜਿਹੜੀ ਬਲੌਕੇਡ ਹੈ ਉਹ ਖੁੱਲ ਜਾਏਗੀ। ਇਸ ਵੇਲੇ ਕਿੱਥੇ-ਕਿੱਥੇ ਕੀ ਸਥਿਤੀਆਂ ਨੇ, ਇੱਕ-ਇੱਕ ਥਾਂ ਤੋਂ, ਇੱਕ-ਇੱਕ ਜਗ੍ਹਾ ਤੋਂ ਸਾਡੇ ਸਹਿਯੋਗੀ, ਸਾਡੇ ਪੱਤਰਕਾਰ ਸਾਡੇ ਤੱਕ ਅਪਡੇਟ ਪਹੁੰਚਾ ਰਹੇ ਨੇ। ਅਸੀਂ ਦਰਸ਼ਕਾਂ ਦੇ ਨਾਲ ਉਹ ਅਪਡੇਟ ਸਾਂਝੀ ਕਰ ਰਹੇ ਹਾਂ। ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਅੰਬਾਲਾ 'ਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਹੈ। ਪੰਚਕੂਲਾ ਕਾਲਕਾ ਸ਼ਿਮਲਾ ਹਾਈਵੇ ਜਾਮ ਹੈ। ਭਿਵਾਨੀ 'ਚ 10 ਵੱਖ-ਵੱਖ ਥਾਵਾਂ ਤੇ ਧਰਨੇ ਨੇ। 2 ਰੇਲਵੇ ਟਰੈਕ ਜਾਮ ਨੇ। ਹੋਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਮਾਨਸਾ, ਗੁਰਦਾਸਪੁਰ, ਕਪੂਰਥਲਾ, ਮੋਹਾਲੀ, ਬਹਾਦਰਗੜ੍ਹ, ਕੈਥਲ, ਰੋਹਤਕ, ਕਰਨਾਲ। ਪਰ ਪੰਜਾਬ ਤੇ ਹਰਿਆਣਾ ਦੇ ਇਲਾਕਿਆਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਜਾਮ ਕੀਤਾ ਹੋਇਆ ਕਿਸਾਨਾਂ ਨੇ ਪੂਰੇ ਤਰੀਕੇ ਨਾਲ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿਸਾਨਾਂ ਵੱਲੋਂ ਕਿ ਐਮਰਜੈਂਸੀ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਖੋਲ੍ਹਿਆ ਗਿਆ, ਉਹਨਾਂ ਨੂੰ ਅਸੀਂ ਰਾਹ ਦੇ ਰਹੇ ਹਾਂ। ਪਰ ਬਹੁਤ ਥਾਵਾਂ ਤੇ ਕਿਸਾਨਾਂ ਦੇ ਨਾਲ ਆਮ ਲੋਕਾਂ ਦੀ ਬਹਿਸ ਹੁੰਦੀ ਵੀ ਦਿਖਾਈ ਦੇ ਰਹੀ ਹੈ। ਬਹੁਤ ਥਾਵਾਂ ਤੇ ਮੀਡੀਆ ਕਰਮੀਆਂ ਦੇ ਨਾਲ ਵੀ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ। ਪਰ ਇਹ ਜਾਮ ਜਿਹੜਾ ਬੰਦ ਹੈ ਵੱਡੇ ਪੱਧਰ ਤੇ ਕੀਤਾ ਗਿਆ ਹੈ। ਸਮਰਥਨ ਵੀ ਕਿਸਾਨਾਂ ਨੂੰ ਮਿਲਿਆ ਹੈ, ਚਾਹੇ ਉਹ ਵਪਾਰੀ ਹੋਣ, ਛੋਟੇ ਦੁਕਾਨਦਾਰ ਹੋਣ, ਕੋਈ ਹੋਰ ਕੰਮਾਂ-ਕਾਰਾਂ ਵਾਲੇ ਲੋਕ ਹੋਣ। ਆਪਣੇ ਦੁਕਾਨਾਂ, ਆਪਣੇ ਸ਼ੋਰੂਮ ਸਭ ਨੇ ਬੰਦ ਰੱਖੇ ਨੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ, ਕਿਉਂਕਿ ਕਿਸਾਨਾਂ ਵੱਲੋਂ ਇਹ 27 ਸਤੰਬਰ ਦੀ ਕਾਲ ਜਿਹੜੀ ਹੈ ਦਿੱਤੀ ਗਈ ਸੀ। ਔਰ ਇਸ ਦੇ ਮੱਦੇਨਜ਼ਰ ਤਕਰੀਬਨ ਜਿੰਨੇ ਜੇ ਸ਼ਹਿਰੀ ਵਰਗ ਦੇ ਲੋਕ ਵੀ ਨੇ ਉਹਨਾਂ ਵੱਲੋਂ ਵੀ ਭਰਪੂਰ ਸਮਰਥਨ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਇਸ ਬੰਦ ਦੇ ਦੌਰਾਨ। ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਲਗਾਤਾਰ ਟੀਵੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ। ਕਿਧਰੇ ਰੇਲਵੇ ਟਰੈਕ ਬੰਦ ਨੇ, ਕਿਧਰੇ ਬਾਜ਼ਾਰ ਬੰਦ ਨੇ, ਕਿਧਰੇ ਸੜਕਾਂ, ਨੈਸ਼ਨਲ ਹਾਈਵੇਜ਼ ਬੰਦ ਨੇ। ਖੰਨਾ, ਨਾਭਾ, ਬਰਨਾਲਾ, ਅੰਮ੍ਰਿਤਸਰ, ਪਟਿਆਲਾ, ਰਾਮਪੁਰਾ ਫੂਲ, ਬਹਾਦਰਗੜ੍ਹ, ਹਿਸਾਰ, ਕੁਰੂਕਸ਼ੇਤਰ, ਜੀਂਦ, ਇਹ ਸਾਰੇ ਉਹ ਇਲਾਕਿਆਂ ਦੀਆਂ ਤਸਵੀਰਾਂ ਨੇ ਜਿੱਥੇ ਇਸ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਬੰਦ ਪੂਰੇ ਤਰੀਕੇ ਨਾਲ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ ਹੈ। ਹਰ ਤਸਵੀਰ ਅਸੀਂ ਇਸ ਬੰਦ ਨਾਲ ਜੁੜੀ ਤੁਹਾਨੂੰ ਦਿਖਾਵਾਂਗੇ, ਤੁਹਾਡੇ ਤੱਕ ਪਹੁੰਚਾਵਾਂਗੇ। ਹਾਲਾਂਕਿ ਬਹੁਤ ਸਾਰੀਆਂ ਐਸੀਆਂ ਤਸਵੀਰਾਂ ਜਾਂ ਵੀਡੀਓਜ਼ ਵੀ ਨੇ ਜੋ ਕਿਸਾਨ ਜਿਸ ਦੇ ਵਿੱਚ ਕਹਿ ਸਕਦੇ ਨੇ ਕਿ ਇਸ ਤਰੀਕੇ ਨਾਲ ਨਹੀਂ ਕੀਤਾ ਗਿਆ। ਪਰ ਬਹੁਤ ਥਾਵਾਂ ਤੇ ਐਸੀਆਂ ਤਸਵੀਰਾਂ ਬਹਿਸਬਾਜ਼ੀ ਦੀਆਂ, ਝਗੜੇ ਦੀਆਂ
बहुत लोग ये कहते हैं कि उन्होंने एमरजेंसी है, उन्होंने जाना है अगे। बहुत लोग बहस दे भी देखे जाते हैं। सो ऐसिया तस्वीरां जिहड़ियां ने वो भी ਵੱਖ-ਵੱਖ ਥਾਵਾਂ ਤੋਂ ਆਉਣੀਆਂ शुरू ਹੋਈਆਂ ਨੇ, क्योंकि हर कोई व्यक्ति ਹੁੰਦਾ जिस ਨੂੰ अपना परसनल काम है। जे किसी ने बहुत ਜ਼ਰੂਰੀ पहुंचना ਹੁੰਦਾ और जे उसनूं रस्ते ਦੇ ਵਿੱਚ रुकावट आउंदी है ਤਾਂ उस व्यक्ति ਦਾ तलख हो जाना या गुस्से हो जाना ये सुभाविक ਹੁੰਦਾ है। सो बहुत ਥਾਵਾਂ ਤੇ इस तरीके नाल बहसबाजी भी देखने ਨੂੰ मिल रही है। बहुत ਥਾਵਾਂ ਤੇ मीडिया कर्मियों ਦੇ ਨਾਲ बहसबाजी देखने ਨੂੰ मिली है, क्योंकि मीडिया भी आम तौर पर ये एक्सपैक्ट करके चलता है कि जे एडा वड्डा प्रदर्शन ਨੂੰ ਲੀਕਿਆ ਗਿਆ ਤਾਂ ਉਸ ਦੀ ਕਵਰੇਜ ਦੇ ਲਈ ਘੱਟੋ ਘੱਟ ਮੀਡੀਆ ਨੂੰ ਇੱਕ ਰਸਤਾ ਦਿੱਤਾ ਜਾਵੇ ਜਾਂ ਉਹਨਾਂ ਨੂੰ ਅਲਾਉ ਕੀਤਾ ਜਾਵੇ। ਪਰ ਬਹੁਤ ਥਾਵਾਂ ਤੇ ਜਦੋਂ ਗੱਡੀਆਂ ਰੋਕੀਆਂ ਜਾਂਦੀਆਂ ਨੇ ਜਾਂ ਜਾਣ ਨਹੀਂ ਦਿੱਤਾ ਜਾਂਦਾ ਤਾਂ ਫਿਰ ਉੱਥੇ ਆਪਸ ਦੇ ਵਿੱਚ ਕਈ ਵਾਰੀ ਜਿਹੜੀ ਬਹਿਸਬਾਜ਼ੀ ਹੈ ਉਹ ਦਿਖਾਈ ਦਿੰਦੀ ਹੈ। ਸੋ ਬਹੁਤ ਥਾਵਾਂ ਤੇ ਅਸੀਂ ਜਿੱਥੋਂ ਜਿੱਥੋਂ ਸਾਡੇ ਕੋਲੇ ਅਪਡੇਟਸ ਪਹੁੰਚ ਰਹੀਆਂ ਨੇ, ਜਿੱਥੋਂ ਜਿੱਥੋਂ ਸਾਡੇ ਕੋਲੇ ਤਸਵੀਰਾਂ ਪਹੁੰਚ ਰਹੀਆਂ ਨੇ, ਸਾਡੇ ਸਹਿਯੋਗੀ ਸਾਡੇ ਤੱਕ ਇਹ ਖਬਰਾਂ ਪਹੁੰਚਾ ਰਹੇ ਨੇ, ਉਹ ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ। ਸੜਕਾਂ ਤੇ ਜਾਮ ਹੈ, ਪ੍ਰਸ਼ਾਸਨ ਅਲਰਟ ਹੈ, ਕਿਸਾਨ ਇਕੱਠੇ ਹੋਏ ਨੇ, ਰੇਲਵੇ ਲਾਈਨਾਂ ਜਾਮ ਹੈ। ਔਰ ਆਖਰੀ ਤਸਵੀਰ ਜਿਹੜੀ ਪੰਜਵੀਂ ਤਸਵੀਰ ਹੈ, ਜਦੋਂ ਲੋਕ ਜਿਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਜਿਹੜੇ ਜਾਮ ਦੇ ਵਿੱਚ ਫਸੇ ਹੋਏ ਨੇ, ਕਈ ਵਾਰੀ ਉਹਨਾਂ ਦੀ ਜਿਹੜੀ ਪੇਸ਼ੈਂਸ ਹੈ ਉਹ ਖਤਮ ਹੋ ਜਾਂਦੀ ਹੈ, ਉਹਨਾਂ ਦਾ ਸਬਰ ਜਿਹੜਾ ਹੈ ਉਹ ਜਵਾਬ ਦੇ ਜਾਂਦਾ ਹੈ। ਤਾਂ ਫਿਰ ਉੱਥੇ ਸਿਚੁਏਸ਼ਨ ਸਥਿਤੀ ਜਿਹੜੀ ਆ ਉਹ ਇੱਕ ਬਹਿਸਬਾਜ਼ੀ ਵਾਲੀ ਵੀ ਬਣ ਜਾਂਦੀ ਹੈ। ਸੋ ਦੋਹੇ ਪੱਖ ਹੁੰਦੇ ਨੇ ਹਰ ਤਸਵੀਰ ਦੇ, ਔਰ ਉਹ ਦੋਹੇ ਪੱਖ ਦੇਖਣੇ ਵੀ ਬੜੇ ਜ਼ਰੂਰੀ ਹੁੰਦੇ ਆ, ਵਿਚਾਰਨੇ ਵੀ ਬੜੇ ਜ਼ਰੂਰੀ ਹੁੰਦੇ ਆ। ਕਈ ਵਾਰੀ ਇੱਕ ਪੱਖ ਦਰਸ਼ਕਾਂ ਤੱਕ ਪਹੁੰਚਦਾ ਰਹੇ ਤਾਂ ਉਸ ਮੁੱਦੇ ਨੂੰ, ਉਸ ਤਸਵੀਰ ਨੂੰ ਸਮਝਣਾ ਬੜਾ ਮੁਸ਼ਕਿਲ ਹੋ ਜਾਂਦਾ। ਸੋ ਦੋਨੇ ਪੱਖ ਜਿਹੜੇ ਵਿਚਾਰ ਨੇ ਉਹ ਬੜੇ ਲਾਜ਼ਮੀ ਹੋ ਜਾਂਦੇ ਆ, ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਜਿਹੜਾ ਵਿਅਕਤੀ, ਜਿਹੜਾ ਪੱਤਰਕਾਰ ਵੀ ਇਸ ਧਰਨੇ ਨੂੰ ਕਵਰ ਕਰ ਰਿਹਾ ਹੈ, ਜਿਸ ਪੱਤਰਕਾਰ ਨੇ ਅੱਗੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਉਣੀ ਹੁੰਦੀ ਹੈ। ਸੋ ਉਹਨਾਂ ਨੇ ਆਪਣੇ ਤਰੀਕੇ ਨਾਲ ਇਸ ਪੂਰੀ ਕਵਰੇਜ ਨੂੰ ਕਰਨਾ ਹੁੰਦਾ ਹੈ। ਸੋ ਸਾਰੇ ਪੱਖ ਉਸ ਦੇ ਵਿੱਚ ਦੇਖੇ ਵੀ ਜਾਂਦੇ ਨੇ। ਸੋ ਬਹੁਤ ਥਾਵਾਂ ਤੇ ਅਸੀਂ ਇਹ ਵੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਐਮਰਜੈਂਸੀ ਸਰਵਿਸਿਜ਼ ਨੇ, ਐਂਬੂਲੈਂਸ ਨੂੰ ਰਾਹ ਦਿੱਤਾ ਗਿਆ। ਲੰਗਰ ਸੇਵਾ ਪ੍ਰਦਰਸ਼ਨ ਦੇ ਦੌਰਾਨ ਲੱਗੀ ਹੋਈ ਹੈ। ਕਈ ਜਿਹੜੇ ਧਰਨੇ ਨੇ ਉੱਥੇ ਪਾਠ ਕੀਤਾ ਜਾ ਰਿਹਾ ਹੈ, ਗੁਰਬਾਣੀ ਸਰਵਣ ਕੀਤੀ ਜਾ ਰਹੀ ਹੈ। ਵੱਖ-ਵੱਖ ਸਿਆਸੀ ਆਗੂ ਕੀ ਕਹਿ ਰਹੇ ਨੇ, ਟਵੀਟ ਉਹਨਾਂ ਦੇ ਅਸੀਂ ਦੱਸਦੇ ਹਾਂ। ਰਾਹੁਲ ਗਾਂਧੀ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ। ਰਾਹੁਲ ਗਾਂਧੀ ਨੇ ਇਸ ਅੰਦੋਲਨ ਦਾ ਸਮਰਥਨ ਕੀਤਾ ਔਰ ਆਪਣਾ ਟਵੀਟ ਉਹਨਾਂ ਵੱਲੋਂ ਜੋ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ, ਜੋ ਅਸੀਂ ਦਰਸ਼ਕਾਂ ਨੂੰ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ, ਕਿ ਸਰਕਾਰ ਨੂੰ ਇਹ ਅੰਦੋਲਨ ਪਸੰਦ ਨਹੀਂ ਹੈ। ਪੂਰਾ ਟਵੀਟ ਰਾਹੁਲ ਗਾਂਧੀ ਨੇ ਕੀ ਲਿਖਿਆ ਅਸੀਂ ਦੱਸਦੇ ਹਾਂ ਕਿ ਕਿਸਾਨਾਂ ਦਾ ਅਹਿੰਸਕ ਸੱਤਿਆਗ੍ਰਹਿ ਅੱਜ ਵੀ ਅਖੰਡ ਹੈ, ਪਰ ਸ਼ੋਸ਼ਣਕਾਰ ਸਰਕਾਰ ਨੂੰ ਇਹ ਪਸੰਦ ਨਹੀਂ, ਇਸ ਲਈ ਅੱਜ ਭਾਰਤ ਬੰਦ ਹੈ। ਇਹ ਟਵੀਟ ਜਿਹੜਾ ਹੈ ਇਹ ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਇਸ ਦੇ ਸਮਰਥਨ ਦੇ ਵਿੱਚ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਟਵੀਟ ਕੀਤਾ ਗਿਆ, ਉਹ ਵੀ ਟਵੀਟ ਅਸੀਂ ਤੁਹਾਨੂੰ ਦੱਸਦੇ ਹਾਂ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਲਿਖਿਆ ਹੈ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਹਾਂ ਅਤੇ ਕੇਂਦਰ ਸਰਕਾਰ ਨੂੰ ਇਹ ਤਿੰਨੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਾ ਹਾਂ। ਸਾਡੇ ਕਿਸਾਨ ਆਪਣੇ ਹੱਕ ਦੇ ਲਈ ਪਿਛਲੇ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਉਹਨਾਂ ਦੀ ਆਵਾਜ਼ ਸੁਣੀ ਜਾਵੇ। ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਆਵਾਜ਼ ਸ਼ਾਂਤੀਪੂਰਨ ਤਰੀਕੇ ਨਾਲ ਚੁੱਕਣ। ਨਾਲ ਤਸਵੀਰ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਵੱਲੋਂ ਆਪਣੀ ਕਿਸਾਨ ਸਮਰਥਨ ਦੇ ਸਬੰਧ ਦੇ ਵਿੱਚ लगाई गई है। ये लाइव तस्वीरां असी दिखा रहे हाँ। जाम किस तरीके नाल जेडे नैशनल हाईवेज ने, नैशनल हाईवेज जेडे जाम ने, किस तरीके नाल तस्वीरां देश के ਵੱਖ-ਵੱਖ हिस्सों तो भी आ रही ने। दिल्ली गुड़गांव बॉर्डर दियां ये तस्वीरां ने ਜਿਹੜੀਆਂ ਅਸੀਂ टीवी स्क्रीन ते दिखा रहे हाँ। दिल्ली गुड़गांव बॉर्डर पहली नज़रे इस तस्वीर को देख के ये समझना बड़ा मुश्किल है कि किस चीज़ की तस्वीर है। फिर दूसरी तस्वीर दे विच समझ आता है कि गड्डियां ने, ये जाम है, उस जाम की ये तस्वीर है। दिल्ली गुड़गांव बॉर्डर जिहड़ा है वो जाम किया गया है। एक पासे ट्रैफिक उस पासे नूं जा रहा और एक पासे पूरा जिहड़ा ट्रैफिक है वो रुकिया होया है। किस तरीके की तस्वीर है, इसनूं देख के अंदाज़ा लगाया जा सकता है किड्डे वड्डे जिहड़े जाम ने वो नैशनल हाईवेज़ ते नज़र आ रहे हैं। और ऐसे जाम जो लग जाते हैं फिर एमरजेंसी सर्विसिज के लिए भी कोई जगह नहीं बचती। फिर जे इस ऐसे जाम के कोई एंबूलेंस फसी होवे या किसी को होर कोई एमरजेंसी होवे तो ऐसे जाम चो निकलना नामुमकिन होंदा है। ये तस्वीरां देख के भी नज़र आ रहा है। हालांकि जिहड़े लोग
ਬੈਰੀਕੇਡਸ ਤੱਕ ਪਹੁੰਚ ਰਹੇ ਨੇ ਕੋਈ ਐਮਰਜੈਂਸੀ ਸਰਵਿਸਿਜ਼ ਵਾਲੇ, ਉਹਨਾਂ ਨੂੰ ਅੱਗੇ ਰਸਤਾ ਦਿੱਤਾ ਜਾ ਰਿਹਾ, ਉਹਨਾਂ ਨੂੰ ਟਪਾ ਵੀ ਦਿੱਤਾ ਜਾਂਦਾ ਹੈ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਬੈਰੀਕੇਡਸ ਤੱਕ ਪਹੁੰਚ ਹੀ ਨਹੀਂ ਸਕਦੇ। ਸੋ ਇਸ ਤਰੀਕੇ ਦੀਆਂ ਤਸਵੀਰਾਂ ਨੇ ਵੱਖ-ਵੱਖ ਥਾਵਾਂ ਤੋਂ। ਇਹ ਦਿੱਲੀ ਗੁੜਗਾਉਂ ਬਾਰਡਰ, ਦਿੱਲੀ ਗੁਰੂਗ੍ਰਾਮ ਬਾਰਡਰ ਦੀਆਂ ਲਾਈਵ ਤਸਵੀਰਾਂ ਨੇ। ਪੁਲਿਸ ਸਿਕਿਉਰਿਟੀ ਜਿਹੜੀ ਹੈ ਪੁਖਤਾ ਬੰਦੋਬਸਤ ਉਹਨਾਂ ਵੱਲੋਂ ਕੀਤੇ ਗਏ ਨੇ, ਪਰ ਜਾਮ ਆਪਣੇ ਆਪ ਦੇ ਵਿੱਚ ਜੋ ਜਾਮ ਦੀ ਤਸਵੀਰ ਹੈ ਉਹ ਬਹੁਤ ਕੁਝ ਬਿਆਨ ਕਰ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਕਿਸ ਕਦਰ ਭਾਰਤ ਬੰਦ ਜਿਹੜਾ ਅੱਜ ਨਜ਼ਰ ਆ ਰਿਹਾ। ਸੋ ਸਾਡੇ ਸਹਿਯੋਗੀ ਵੱਖ-ਵੱਖ ਥਾਵਾਂ ਤੋਂ ਨਜ਼ਰ ਸਾਡੇ ਨਾਲ ਜੁੜੇ ਹੋਏ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੰਮ੍ਰਿਤਸਰ ਤੋਂ ਸਾਡੇ ਨਾਲ ਰਾਜੀਵ ਸ਼ਰਮਾ ਜੁੜੇ ਨੇ, ਮਨੋਜ ਰਾਠੀ ਸਾਡੇ ਸਹਿਯੋਗੀ ਸ਼ੰਭੂ ਬਾਰਡਰ ਤੋਂ, ਸ਼ੰਭੂ ਬੈਰੀਅਰ ਤੋਂ ਸਾਡੇ ਨਾਲ ਜੁੜੇ ਨੇ, ਔਰ ਰੋਹਿਤ ਬੰਸਲ ਸਾਡੇ ਸਹਿਯੋਗੀ ਮੋਹਾਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ। ਇੱਕ ਇੱਕ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੇ ਆ। ਸਭ ਤੋਂ ਪਹਿਲਾਂ ਅੰਮ੍ਰਿਤਸਰ ਚੱਲਦੇ ਆ। ਰਾਜੀਵ, ਅੰਮ੍ਰਿਤਸਰ ਦੀਆਂ ਤਸਵੀਰਾਂ ਦੇਖਣਾ ਚਾਹਾਂਗੇ ਤੁਹਾਡੇ ਕੈਮਰੇ ਦੀ ਨਜ਼ਰ ਦੇ ਨਾਲ, ਔਰ ਕਿਸ ਤਰੀਕੇ ਦਾ ਮਾਹੌਲ ਹੈ। ਤਸਵੀਰ ਦਾ ਹਰ ਪੱਖ ਸਮਝਣ ਦੀ ਕੋਸ਼ਿਸ਼ ਕਰਾਂਗੇ, ਚਾਹੇ ਕਿਸਾਨਾਂ ਦਾ, ਚਾਹੇ ਕੋਈ ਐਮਰਜੈਂਸੀ ਸਰਵਿਸਿਜ਼ ਬਾਰੇ, ਆਮ ਲੋਕਾਂ ਬਾਰੇ, ਕਿਉਂਕਿ ਬਹੁਤ ਸਾਰੇ ਥਾਵਾਂ ਤੋਂ ਐਸੀਆਂ ਖਬਰਾਂ ਆਈਆਂ ਨੇ ਕਿ ਬਹੁਤ ਜਗ੍ਹਾ ਤੇ ਬਹਿਸਬਾਜ਼ੀ ਵੀ ਹੋ ਰਹੀ ਹੈ। ਸੋ ਐਸੇ ਮੌਕੇ ਤੇ ਜਦੋਂ ਕਿਸਾਨਾਂ ਨੇ ਐਡੀ ਵੱਡੀ ਕਾਲ ਦਿੱਤੀ ਹੁੰਦੀ ਹੈ ਤਾਂ ਬਹੁਤ ਵੱਡਾ ਚੈਲੰਜ ਹੋ ਜਾਂਦਾ ਹੈ, ਚੁਣੌਤੀ ਹੋ ਜਾਂਦੀ ਹੈ। ਸੋ ਕਿਵੇਂ ਉਸ ਚੀਜ਼ ਦੇ ਨਾਲ ਨਿਪਟਿਆ ਜਾ ਰਿਹਾ, ਕਿਵੇਂ ਇਹਨਾਂ ਚੀਜ਼ਾਂ ਨੂੰ ਮੈਨੇਜ ਕੀਤਾ ਜਾ ਰਿਹਾ ਹੈ? ਕੀ ਉਹਨਾਂ ਦੀਆਂ ਜਿਹੜੀਆਂ ਕਿਸਾਨਾਂ ਵੱਲੋਂ ਆਮ ਤੌਰ ਤੇ ਟੀਮਾਂ ਬਣਾਈਆਂ ਹੁੰਦੀਆਂ, ਕਿਸ ਤਰੀਕੇ ਨਾਲ ਉਹ ਪਬਲਿਕ ਦੇ ਨਾਲ ਡੀਲ ਕਰ ਰਹੀਆਂ ਨੇ? जी हाँ बिल्कुल विजयपाल, जी तुसी शुरुआत की कि हर एक पक्ष जानना और साडी ड्यूटी बनती है कि हर एक पक्ष लोगों तक भी पहुँचाना। तो इस वे सब तो पहला मैं ये दस दियाँ कि मैं अमृतसर के गोल्डन गेट जो कि किसी असी कह सकते हैं कि जेकर ये तस्वीर कोई देखे तो दसन की जरूरत नहीं है कि इस वे असी कित्थे खड़े हाँ, पर ये तस्वीर वक्री इसलिए है क्योंकि ये जिहड़ी सड़क जिथे आम तौर पर हर रोज़ अमूमन जेकर असी गल करिए तो ये हाईवे जिहड़ा क्योंकि दिल्ली तो अमृतसर वाले पासे आउंदा तां खचा खच गड्डियां दे नाल भरिया नज़र आउंदा सी, पर अज तुसीं देखो कि सुनसान नज़र आ रही है। और गोल्डन गेट के हेठां कुछ किसान नज़र आ रहे हैं, उन्हां दीयां गड्डियां नज़र आ रही ने। और जिहड़ा हाईवे हुण दूसरे पासे की जिहड़ी तस्वीर है तुसीं देखो कि ये दिल्ली वाले पासे, और जेकर असीं अमृतसर तो बाद जिले की गल करते हैं तो जलंधर तो अमृतसर वाले पासे नूं जिहड़ी रोड आ रही है तुसीं देखो कि इक्का दुक्का जिहड़े वाहन ने वो नज़र आ रहे हैं। तो ये तस्वीर है जो किसानां वल्लों बंद का सद्दा दिता गया सी। हुण असीं गल करते हैं मुश्किलों की, तो जिथे किसान हाईवे के उपर बैठे हुए हैं उत्थे ही देवीदासपुरा दे विच जो अमृतसर दिल्ली रेल ट्रैक है जिथे पिछले साल दे विच किसानां ने लंबा मोर्चा भी चलाया सी। तो इस तो इलावा अज दा जेकर असी जिक्र करिए जदों सवेरे इस बंद की शुरुआत हुंदी है, आम तौर पर लोग जो ने वो सैर करन दे लई घरां तो निकलदे सी। बहुत सारियां ऐसियां थावां हर शहर दे विच हुंदियां ने जिथे लोग इकत्तर हुंदे ने, चाह दीयां चुस्कियां लैंदे ने, तो वो भी अज दुकानां बंद नज़र आईयां। दूसरे पासे जो अमृतसर दा पासपोर्ट सेवा केंद्र है, एक बहुत जरूरी जानकारी है, मैं अपने चैनल के राही लोगों तक पहुँचानी चाहना। हालांकि सवेर के 8 बजे के करीब असी ये जानकारी साझी भी की सी, और उस वेले किसान आगू जिहड़े ने वो अमृतसर के पासपोर्ट सेवा केंद्र दे विच पहुंचे सी, और ये इल्जाम सी कि सीधे तौर पर केंद्र के अधीन यह विभाग आउंदा, इस करके इन्हां नूं भी बंद करन बारे विचार करना चाहिदा सी। पर उत्थे जिहड़े लोग पहुंचे सी, क्योंकि अमृतसर जिहड़ा पासपोर्ट सेवा केंद्र है उत्थे अमृतसर तो इलावा जेकर असी बहुत सारे जिले ने, बहुत सारे कस्बे ने, असी अबोहर फाजिलका या फिर बठिंडे तक का जिहड़ा इलाका उत्थों के लोगों के पासपोर्ट जिहड़े ने इत्थे बनते हैं, और एक ऑनलाइन प्रोसैस हुंदा तां उस दे लई लोकां नूं लंबा इंतजार करना पैंदा। तां उत्थे लोकां दी नाराज़गी जिहड़ी जरूर सामने आई सी। बहुत सारे लोग सन जिन्हां ने किसान आगूआं दे नाल ये गलबात भी की कि सानू क्यों परेशान किया जा रहा। तो उस तो बाद एक हल जरूर लभ्या गया सी। तां किसान आगू सरवण सिंह पंधेर ने यह गल कही कि 2 वजे तो बाद तुसीं उन्हां लोकां दा कामकाज जिहड़ा जो पासपोर्ट किसी का बनना या पासपोर्ट दे विच किसी तरह की कोई त्रुटि है, किसी तरह की कोई उस दे विच बदलाव करना, तो 2 वजे तो बाद तो एक चंगी गल भी है। किसानां ने यह गल समझी भी, क्योंकि आम लोगों का कहना सी कि असीं बहुत वड्डी परेशानी का सामना पहलां भी उन्हां नूं करना पैंदा। कई बार पहुंचा रहे हैं तुहाडे कोलों अपडेट लैंदे रहांगे। राजीव साडे सहयोगी जुड़े हुए ने साडे नाल, उन्हां नाल गलबात करदे हां। रोहित मोहाली तो, रोहित किस तरीके की तस्वीर है देखनी चाहांगे, किस तरीके नाल मैनेज किया जा रहा है? जिहड़ा सवाल मैं राजीव तो पुछ रहा सी, क्योंकि आम लोग जे किसी ने भी अपने काम धंधी जाना हुंदा है तो
ਲੋਕ ਆਪਣਾ ਸਬਰ ਗਵਾ ਦਿੰਦੇ ਆ ਜਦੋਂ ਇਸ ਤਰੀਕੇ ਨਾਲ ਰੋਕਿਆ ਜਾਂਦਾ ਹੈ। ਕਈ ਵਾਰੀ ਬਹੁਤ ਲੋਕ ਨਹੀਂ ਸਮਝਦੇ, ਬਹੁਤ ਮਹਿਲਾਵਾਂ ਨੇ, ਬਹੁਤ ਹੋਰ ਲੋਕ ਨੇ ਜਿਨ੍ਹਾਂ ਨੇ ਐਮਰਜੈਂਸੀ ਸਰਵਿਸਿਜ਼ 'ਚ ਅੱਗੇ ਜਾਣਾ ਹੁੰਦਾ ਹੈ, ਪਰ ਹਰ ਕੋਈ ਆਪਣੀ ਜਸਟੀਫਿਕੇਸ਼ਨ ਨਹੀਂ ਦੇ ਸਕਦਾ, ਤਾਂ ਫਿਰ ਉਹ ਬਹਿਸਬਾਜ਼ੀ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਸੋ ਕਿਸ ਤਰੀਕੇ ਦੀਆਂ ਤਸਵੀਰਾਂ ਨੇ, ਓਵਰਆਲ ਵਿਊ ਤੁਹਾਡੇ ਤੋਂ ਜਾਨਣਾ ਚਾਹਾਂਗੇ ਮੋਹਾਲੀ ਦਾ। ਜੀ ਜੀ ਵਿਜੇ, ਬਿਲਕੁਲ ਜੇਕਰ ਗੱਲ ਕਰੀ ਜਾਵੇ, ਇਸ ਵਕਤ ਮੈਂ ਗੁਰਦੁਆਰਾ ਸੋਹਾਣਾ ਸਾਹਿਬ ਦੇ ਬਾਹਰ ਖੜਾ ਹੋਇਆ ਔਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਕਿ ਇੱਕ ਜਿਹੜਾ ਟੈਂਟ ਹੈਗਾ ਉਹ ਲਗਾ ਦਿੱਤਾ ਗਿਆ ਹੈਗਾ ਜਿੱਥੇ ਮਹਿਲਾਵਾਂ ਬੈਠੀਆਂ ਹੋਈਆਂ ਨੇ, ਬੱਚੇ ਬੈਠੇ ਹੋਏ ਨੇ ਔਰ ਦੂਜੇ ਪਾਸੇ ਇੱਕ ਲੜੀਵਾਰ ਭੁੱਖ ਹੜਤਾਲ ਵੀ ਸਾਹਮਣੇ ਚੱਲ ਰਹੀ ਹੈ, ਤਾਂ ਉਹ ਉਸੇ ਤਰ੍ਹਾਂ ਜਾਰੀ ਹੈ ਜਿਸ ਤਰ੍ਹਾਂ ਪਹਿਲਾਂ ਚੱਲਦੀ ਸੀ। ਔਰ ਕਿਉਂਕਿ ਗੁਰਦੁਆਰਾ ਸਾਹਮਣੇ ਤੇ ਇਸ ਕਰਕੇ ਲੰਗਰ ਔਰ ਪਾਣੀ ਦਾ ਪ੍ਰਬੰਧ ਵੀ ਇੱਥੇ ਕਰ ਦਿੱਤਾ ਗਿਆ, ਕਿਉਂਕਿ ਜਿਹੜੇ ਬਹੁਤ ਸਾਰੇ ਲੋਕ ਜਿਹੇ ਨੇ ਜਿਹੜੇ ਕਿਤੇ ਰਾਹ 'ਚ ਜਾ ਰਹੇ ਸੀ ਪਰ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਨਾਲ ਸਹਿਯੋਗ ਦਿਓ। ਔਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਹੁਣ ਬੈਰੀਕੇਡ ਦੀਆਂ ਦਿਖਾ ਦਿੰਦੇ ਆ ਕਿ ਜਿਹੜਾ ਬੈਰੀਕੇਡ ਹੈਗਾ ਉਹ ਲਗਾਏ ਹੋਏ ਆ ਜਿੱਥੇ ਵਲੰਟੀਅਰ ਤੈਨਾਤ ਕੀਤੇ ਗਏ ਨੇ। ਔਰ ਖਾਸ ਗੱਲ ਇਹ ਹੈ ਕਿ ਕੇਵਲ ਐਮਰਜੈਂਸੀ ਸੇਵਾਵਾਂ ਦੀ ਗੱਲ ਕਰ ਲਈਏ ਜਾਂ ਅਸੀਂ ਕਹਿ ਲਈਏ ਕਿ ਜੇ ਕੋਈ ਡਾਕਟਰ ਦੀ ਡਿਊਟੀ ਤੇ ਜਾ ਰਿਹਾ ਹੈਗਾ ਜਾਂ ਕੋਈ ਸੈਂਪਲ ਦੇਣ ਜਾ ਰਿਹਾ ਹੈਗਾ ਜਾਂ ਕੋਈ ਲੈਬ ਦੇ ਵਿੱਚ ਕੰਮ ਕਰਦਾ, ਤਾਂ ਕੇਵਲ ਉਹਨਾਂ ਹੀ ਲੋਕਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ। ਔਰ ਇਸ ਤੋਂ ਇਲਾਵਾ ਜੇਕਰ ਕੋਈ ਪੁਲਿਸ ਮੁਲਾਜ਼ਮ ਹੈ ਤਾਂ ਉਸ ਨੂੰ ਅੱਗੇ ਜਾਣ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ, ਹੋਰ ਕਿਸੇ ਵੀ ਵਿਅਕਤੀ ਨੂੰ ਅੱਗੇ ਜਾਣ ਦੀ ਪਰਮਿਸ਼ਨ ਹੈ ਜਿਹੜੀ ਉਹ ਇਹਨਾਂ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ। ਸੋ ਤਸਵੀਰਾਂ ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਕਿ ਜਿਹੜੀ ਗੱਡੀਆਂ ਹੈਗੀਆਂ ਉਹ ਇੱਥੇ ਜ਼ਿਆਦਾ ਇਸ ਕਰਕੇ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਇਸ ਤੋਂ ਪਿੱਛੇ ਵੀ ਕਰੀਬ 3-4 ਨਾਕੇ ਆਉਂਦੇ ਨੇ। ਆਈਸਰ ਦੇ ਰੋਡ ਤੇ ਨਾਕਾ ਆ ਜਾਂਦਾ ਹੈਗਾ, ਉਸ ਤੋਂ ਪਿੱਛੇ 82 ਸੈਕਟਰ ਦਾ ਜਿਹੜਾ ਰੇਲਵੇ ਸਟੇਸ਼ਨ ਦਾ ਪੁਲ ਹੈਗਾ ਉੱਥੇ ਨਾਕਾ ਆ ਜਾਂਦਾ, ਔਰ ਜਿਹੜਾ ਬਾਹਰ ਨਿਕਲ ਕੇ ਜ਼ੀਰਕਪੁਰ ਦਾ ਹੈਗਾ ਉਸ ਤੇ ਨਾਕਾ ਆਉਂਦਾ। ਜੇਕਰ ਕੱਲੇ 에ਅਰਪੋਰਟ ਰੋਡ ਦੀ ਗੱਲ ਕਰੀ ਜਾਵੇ ਤਾਂ 에ਅਰਪੋਰਟ ਰੋਡ ਦੇ ਉੱਤੇ ਹੀ ਕਰੀਬ 7 ਤੋਂ 8 ਨਾਕੇ ਵੱਖ-ਵੱਖ ਜਗ੍ਹਾ ਤੇ ਲਗਾਏ ਗਏ ਨੇ। ਜਿਸ ਤਰ੍ਹਾਂ ਸੰਨੀ ਇਨਕਲੇਵ ਤੋਂ ਬਾਅਦ 1-2 ਨਾਕੇ ਲਗਾਏ ਗਏ ਨੇ ਔਰ ਉਸ ਤੋਂ ਬਾਅਦ ਜਿਹੜਾ ਮੇਨ ਪੁਆਇੰਟ ਮੰਨਿਆ ਜਾਂਦਾ ਹੈਗਾ, ਜਿਹੜੀ ਆਪਾਂ ਕਹਿ ਸਕਦੇ ਕਿ ਚੰਡੀਗੜ੍ਹ ਦਾ ਜਿਹੜਾ ਰਿੰਗ ਰੋਡ ਇਸ ਨੂੰ ਕਹਿ ਸਕਦੇ ਹਾਂ, ਜਿਹੜਾ ਬਾਹਰ ਦੀ, ਕਿਉਂਕਿ ਲੋਕ ਚੰਡੀਗੜ੍ਹ ਤੋਂ ਜਾਂਦੇ ਨੇ ਤੇ ਇਹ ਰੂਟ ਨੂੰ ਫੋਲੋ ਕਰਦੇ ਨੇ, ਤਾਂ ਉਹ ਵੀ ਰੋਡ ਹੈ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈਗਾ। ਔਰ ਦੂਜੇ ਪਾਸੇ ਕੇਵਲ ਤੇ ਕੇਵਲ ਜਿਹੜੀਆਂ ਕੁਝ ਗੱਡੀਆਂ ਨੇ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਹੈ ਉਹਨਾਂ ਨੂੰ ਲੰਘਣ ਦੀ ਪਰਮਿਸ਼ਨ ਹੈ ਜਿਹੜੀ ਦਿੱਤੀ ਜਾ ਰਹੀ ਹੈ, ਜਾਂ ਕੋਈ ਮਹਿਲਾ ਜੇਕਰ ਗੱਡੀ ਲੈ ਕੇ ਆ ਰਹੀ ਹੈ ਤਾਂ ਉਸ ਨੂੰ ਵੀ ਅੱਗੇ ਲੰਘਣ ਦੀ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ। ਪਰ ਜਿਹੜੀਆਂ ਆਮ ਕਿਸੇ ਵੀ ਗੱਡੀ ਨੂੰ ਅੱਗੇ ਜਾਣ ਦੀ ਪਰਮਿਸ਼ਨ ਨਹੀਂ, ਇਸ ਦੇ ਲਈ ਬਕਾਇਦਾ ਤੌਰ ਤੇ ਤੈਨਾਤੀ ਕੀਤੀ ਗਈ ਔਰ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਦੇ ਨਾਲ ਵੀ ਬਹਿਸ ਨਹੀਂ ਕੀਤੀ ਜਾਏਗੀ, ਕਿਸੇ ਦੇ ਨਾਲ ਵੀ ਮੰਦਾ ਚੰਗਾ ਨਹੀਂ ਬੋਲਿਆ ਜਾਏਗਾ, ਕੇਵਲ ਉਹੀ ਲੋਕਾਂ ਨੂੰ ਅੱਗੇ ਲੰਘਣ ਦਿੱਤਾ ਜਾਵੇ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਕੋਈ ਜ਼ਰੂਰੀ ਜਾ ਰਿਹਾ, ਜੇ ਉਹਦੇ ਕੋਲੇ ਕੋਈ ਡਾਕਟਰ ਦੀ ਅਪਾਇੰਟਮੈਂਟ ਹੈ ਜਾਂ ਕੋਈ ਉਸਦੇ ਕੋਲੇ ਪਰਚੀ ਇਸ ਤਰ੍ਹਾਂ ਦੀ ਜਿਸ ਤੋਂ ਪਤਾ ਲੱਗ ਸਕੇ ਕਿ ਉਹ ਕੋਈ ਐਮਰਜੈਂਸੀ ਸੇਵਾ ਦੇ ਵੱਲ ਜਾ ਰਿਹਾ ਜਾਂ ਕੋਈ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਜਾ ਰਿਹਾ। ਔਰ ਅਸੀਂ ਥੋੜੀ ਦੇਰ ਪਹਿਲਾਂ ਦੇਖ ਰਹੇ ਸੀ ਕਿ BSF ਦੀਆਂ ਜਿਹੜੀਆਂ ਗੱਡੀਆਂ ਸੀ ਉਹਨਾਂ ਨੂੰ ਅੱਗੇ ਲੰਘਣ ਦਿੱਤਾ ਗਿਆ। ਜੇਕਰ ਕੋਈ ਵੀ ਰੱਖਿਆ ਦੇ ਵਿੱਚ ਕਰਮਚਾਰੀ ਤੈਨਾਤ ਆ ਤਾਂ ਉਹਨਾਂ ਨੂੰ ਅੱਗੇ ਜਾਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾ ਰਹੀ ਹੈ। ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਮੇਨ ਵਿਚਕਾਰ ਜਿੱਥੇ ਅਕਸਰ ਟ੍ਰੈਫਿਕ ਇੰਨੀ ਹੁੰਦੀ ਹੈ ਕਿ ਵਿਅਕਤੀ ਕੋਈ ਲੰਘਣਾ ਵੀ ਮੁਸ਼ਕਲ ਹੋ ਜਾਂਦਾ, ਉਸ ਦੇ ਵਿਚਕਾਰ ਬਿਲਕੁਲ ਟੈਂਟ ਲਗਾ ਦਿੱਤਾ ਗਿਆ ਔਰ ਧਰਨਾ ਜਿਹੜਾ ਉਹ ਚੱਲ ਰਿਹਾ ਹੈਗਾ। ਸੰਬੋਧਨ ਜਿਹੜਾ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਕਿਉਂਕਿ ਗੁਰਦੁਆਰਾ ਬਿਲਕੁਲ ਸਾਹਮਣੇ ਤਾਂ ਲੰਗਰ ਦੇ ਪ੍ਰਬੰਧ ਵੀ ਖਾਸ ਤੌਰ ਤੇ ਕੀਤੇ ਗਏ ਨੇ। ਬੀਬੀਆਂ ਤੁਸੀਂ ਦੇਖ ਸਕਦੇ ਹੋ, ਨਾਲ ਬੱਚੇ ਆ ਜਿਹੜੇ ਉਹ ਲੈ ਕੇ ਪਹੁੰਚੀਆਂ ਨੇ, ਛੋਟੇ ਛੋਟੇ ਬੱਚੇ ਵੀ ਧਰਨਿਆਂ ਦੇ ਵਿੱਚ ਨਜ਼ਰ ਆਉਂਦੇ ਸੀ। ਅਕਸਰ ਜਦੋਂ ਪਹਿਲਾਂ ਦੇਖਦੇ ਸੀ ਤਾਂ ਕੇਵਲ ਬਜ਼ੁਰਗ ਧਰਨਿਆਂ ਦੇ ਵਿੱਚ ਨਜ਼ਰ ਆਉਂਦੇ ਸੀ, ਪਰ ਅੱਜ ਜਿਹੜੇ ਨੌਜਵਾਨ ਗੱਲ ਕਰ ਲਈਏ, ਤਸਵੀਰਾਂ ਦਿਖਾਉਂਦੇ ਰਹੋ। ਸਾਡੇ ਹੋਰ ਸਹਿਯੋਗੀ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਵੀ ਇੱਕ ਅਪਡੇਟ ਲੈ ਲੈਂਦੇ ਆ। ਮਨੋਜ ਰਾਠੀ ਸਾਡੇ ਸਹਿਯੋਗੀ ਸ਼ੰਭੂ ਬਾਰਡਰ ਤੋਂ ਜੁੜੇ ਹੋਏ ਨੇ। ਮਨੋਜ, ਕਿਸ ਤਰੀਕੇ ਦੀ ਤਸਵੀਰ ਹੈ ਸ਼ੰਭੂ ਬਾਰਡਰ ਤੇ? ਦੇਖਣਾ ਚਾਹਾਂਗੇ ਜਿਵੇਂ ਰੋਹਿਤ ਤਸਵੀਰਾਂ ਦਿਖਾ ਰਹੇ ਸੀ ਜਾਂ ਰਾਜੀਵ ਅੰਮ੍ਰਿਤਸਰ ਤੋਂ ਤਸਵੀਰਾਂ ਦਿਖਾ ਰਹੇ ਸੀ ਜਾਂ ਗੁਰੂਗ੍ਰਾਮ ਤੋਂ ਸਾਡੇ ਕੋਲੇ ਤਸਵੀਰਾਂ ਪਹੁੰਚ ਰਹੀਆਂ ਨੇ, ਹਰਿਆਣਾ ਦੀਆਂ ਵੱਖ-ਵੱਖ ਲੋਕੇਸ਼ਨ ਤੋਂ ਤਸਵੀਰਾਂ ਪਹੁੰਚ ਰਹੀਆਂ ਨੇ। ਸ਼ੰਭੂ ਬਾਰਡਰ ਦੀ ਤਸਵੀਰ ਦੇਖਣੀ ਚਾਹਾਂਗੇ ਕਿਉਂਕਿ ਸ਼ੰਭੂ ਬਾਰਡਰ ਇੱਕ ਉਹ ਸਪੌਟ ਹੈ ਜਿਹੜਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। 2 ਸਟੇਟਾਂ ਦੇ ਵਿਚਕਾਰ ਪੰਜਾਬ ਤੇ ਹਰਿਆਣਾ ਬਾਰਡਰ ਹੈ ਜਿਹੜਾ ਸ਼ੰਭੂ ਬਾਰਡਰ। ਕਿਸ ਤਰੀਕੇ ਨਾਲ, ਕੀ ਉੱਥੇ ਕੋਈ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਜਾਂ ਫਿਰ ਰੂਟੀਨ ਦੇ ਵਿੱਚ ਜਿਸ ਤਰੀਕੇ ਨਾਲ ਧਰਨਾ ਹੁੰਦਾ ਹੈ? ਔਰ ਸਭ ਤੋਂ ਵੱਡੀ ਗੱਲ, ਜੇ ਕਿਸਾਨ ਆਗੂ ਉੱਥੇ ਕੋਈ ਮੌਜੂਦ ਨੇ ਸੀਨੀਅਰ, ਕੀ ਉਹਨਾਂ ਦੇ ਨਾਲ ਗੱਲਬਾਤ ਹੋ ਪਾਈ ਹੈ ਕਿ ਕੀ ਇੰਸਟਰਕਸ਼ਨਸ ਨੇ ਜਿਹੜੇ ਧਰਨਾਕਾਰੀ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਨਾਲ ਮੈਨੇਜ ਕਰਨਾ ਹੈ ਤਾਂ ਕਿ ਕੋਈ ਬਹਿਸਬਾਜ਼ੀ ਨਾ ਹੋਵੇ, ਤਲਖੀ ਨਾ ਹੋਵੇ? ਪੂਰਾ ਬਿਊਰਾ ਥੋੜੀ ਜ਼ੁਬਾਨੀ ਤਸਵੀਰਾਂ ਦੇ ਜ਼ਰੀਏ ਸਮਝਣਾ ਚਾਹਾਂਗੇ। ਬਿਲਕੁਲ ਵਿਜੇ, ਇੱਥੇ ਥੋੜੀ ਜਿਹੀ ਕਰੈਕਸ਼ਨ ਕਰ ਲੈਂਦੇ ਕਿਉਂਕਿ ਅਸੀਂ ਸ਼ੰਭੂ ਤੋਂ 10 ਕਿਲੋਮੀਟਰ ਪਿੱਛੇ ਆ ਜਿੱਥੇ ਬਨੂੜ ਰਾਜਪੁਰਾ ਹਾਈਵੇ। ਹਾਲਾਂਕਿ ਇੱਥੋਂ ਇਸ ਤੋਂ ਕਵਰ ਤੋਂ ਬਾਅਦ ਸਿੱਧਾ ਅਸੀਂ ਸ਼ੰਭੂ ਬੈਰੀਅਰ ਪਹੁੰਚਾਂਗੇ ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਥਾਂ ਤੋਂ ਜਾ ਕੇ ਜਿਹੜੀ ਤਸਵੀਰਾਂ ਹੈ ਉਹ ਲੋਕਾਂ ਤੱਕ ਪਹੁੰਚਾਈ ਜਾਵੇ, ਕਿਉਂਕਿ ਸਾਡੀ ਕੋਸ਼ਿਸ਼ ਹੈ ਸਵੇਰ ਤੋਂ ਲੈ ਕੇ 6 ਵਜੇ ਤੋਂ ਲੈ ਕੇ ਲਗਾਤਾਰ ਗਰਾਊਂਡ ਜ਼ੀਰੋ ਤੇ ਅਸੀਂ ਡਟੇ ਹੋਏ ਨੇ, ਚਾਹੇ ਉਹ ਬਨੂੜ ਰੋਡ ਹੋਵੇ, ਚਾਹੇ ਅਜ਼ੀਜ਼ਪੁਰ ਟੋਲ ਪਲਾਜ਼ਾ ਹੋਵੇ, ਚਾਹੇ ਮੋਹਾਲੀ ਹੋਵੇ, ਲਾਂਡਰਾ ਰੋਡ ਹੋਵੇ। ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ
ਇੱਥੇ ਧਰਨੇ ਤੇ ਬੈਠੇ ਹੋਏ ਨੇ, ਕਿਉਂਕਿ 1 ਮਹੀਨਾ ਪਹਿਲਾਂ ਜਿਹੜਾ ਇਹਨਾਂ ਨੇ ਸੱਦਾ ਦਿੱਤਾ ਸੀਗਾ, ਪ੍ਰੈਸ ਕਾਨਫਰੰਸ ਰਾਹੀਂ ਵੀ ਦੱਸਿਆ ਸੀਗਾ ਕਿ ਅੱਜ ਦਾ ਦਿਨ ਜਿਹੜਾ ਹੈਗਾ ਭਾਰਤ ਬੰਦ ਹੈ। ਐਂਬੂਲੈਂਸ ਜਾਂ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਛੱਡ ਕੇ ਕਿਸੇ ਨੂੰ ਵੀ ਇੱਥੋਂ ਪਰਮਿਸ਼ਨ ਨਹੀਂ ਦਿੱਤੀ ਜਾਏਗੀ, ਇਹ ਬੜਾ ਕਲੀਅਰ ਕੀਤਾ ਸੀਗਾ ਇਹਨਾਂ ਵੱਲੋਂ। ਹਾਲਾਂਕਿ ਦੇਖਿਆ ਜਾ ਰਿਹਾ ਹੈ ਕਿ ਸੰਬੋਧਨ ਵੀ ਕੀਤਾ ਜਾ ਰਿਹਾ ਹੈ, ਜਿਹੜੇ ਵੀ ਕਿਸਾਨੀ ਲੀਡਰਸ ਨੇ। ਇਹ ਬਨੂੜ ਨੈਸ਼ਨਲ ਹਾਈਵੇ ਹੈ, ਰਾਜਪੁਰਾ ਨੈਸ਼ਨਲ ਹਾਈਵੇ, ਚੰਡੀਗੜ੍ਹ ਰਾਜਪੁਰਾ ਰੋਡ ਹੈ ਜਿਹੜਾ NH64, ਇਹ ਇਸ ਕਰਕੇ ਇੰਪੋਰਟੈਂਟ ਹੈ ਵਿਜੇ, ਕਿਉਂਕਿ ਇੱਥੇ ਜਿਹੜਾ ਹਾਈਵੇ ਜਿਹੜਾ ਬਠਿੰਡਾ ਤੋਂ ਜਿਹੜੇ ਵੀ PGI ਪੇਸ਼ੈਂਟ ਆਉਂਦੇ ਨੇ, ਬਹੁਤ ਇੰਪੋਰਟੈਂਟ ਇਹ ਰੋਡ ਹੈ। ਹਾਲਾਂਕਿ ਇੱਥੇ ਜਿਹੜਾ ਐਮਰਜੈਂਸੀ ਸੇਵਾਵਾਂ ਵਾਸਤੇ ਵਕਤ ਤੋਂ ਅਲੱਗ ਤੋਂ ਜਿਹੜਾ ਰੋਡ ਹੈ ਉਹ ਲਾਇਆ ਗਿਆ, ਯਾਨੀ ਕਿ ਜਿਹੜੀ ਵੀ ਐਂਬੂਲੈਂਸ ਆ ਰਹੀ ਹੈ ਜਾਂ ਜਿਹੜੇ ਅੱਜ ਸਟੂਡੈਂਟਸ ਦੇ ਐਗਜ਼ਾਮ ਵੀ ਹੈ ਉਹਨਾਂ ਨੂੰ ਵੀ ਆਈ ਕਾਰਡ ਜਿਹੜਾ ਹੈਗਾ ਚੈੱਕ ਕਰਕੇ ਇੱਥੋਂ ਜਾਣ ਦਿੱਤਾ ਜਾ ਰਿਹਾ। ਤੇ ਸਾਡੀ ਕੋਸ਼ਿਸ਼ ਲਗਾਤਾਰ ਗਰਾਊਂਡ ਜ਼ੀਰੋ ਤੇ ਕਿ ਲੋਕਾਂ ਨੂੰ ਇਹ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਬਿਨਾਂ ਵਜ੍ਹਾ ਤੁਸੀਂ ਘਰ ਤੋਂ ਨਾ ਨਿਕਲੋ, ਕਿਉਂਕਿ ਹਰ ਜਗ੍ਹਾ ਜੇ ਆਪਾਂ ਗੱਲ ਕਰੀਏ ਪੰਜਾਬ 'ਚ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜਿਹੜੇ ਜ਼ਿਲ੍ਹਿਆਂ 'ਚ ਸਟੇਟ ਹਾਈਵੇ, ਨੈਸ਼ਨਲ ਹਾਈਵੇ ਉਹ ਸਾਰੇ ਬੰਦ ਨੇ। ਛੋਟੇ-ਛੋਟੇ ਬੱਚੇ ਵੀ ਇੱਥੇ ਸੜਕਾਂ ਤੇ ਉਤਰੇ ਹੋਏ ਨੇ ਤੇ ਪੂਰਾ ਜਿਹੜਾ ਬੈਰੀਕੇਟਿੰਗ ਲਾ ਕੇ ਕਿਸੇ ਨੂੰ ਵੀ ਅੱਗੇ, ਇਹ ਪੂਰੇ ਜਿਹੜੇ ਟਰਾਲੇ ਹੈ ਇਹ ਪੂਰੇ ਰੋਡ ਦੇ ਸਾਹਮਣੇ ਲਾ ਦਿੱਤੇ ਗਏ ਨੇ ਕਿ ਯਾਨੀ ਕਿ ਕਿਸੇ ਨੂੰ ਵੀ ਅੱਗੇ ਜਾਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ। ਹਾਲਾਂਕਿ ਸਵੇਰ ਤੋਂ ਅਸੀਂ ਦੇਖੀਏ ਕਿ ਹਾਲਾਂਕਿ ਲੋਕੀ ਜਿਹੜੇ ਆ ਉਹ ਪਰੇਸ਼ਾਨ ਜ਼ਰੂਰ ਹੋਏ ਨੇ, ਲੇਕਿਨ ਜਿਹੜੇ ਬਾਹਰ ਤੋਂ ਆ ਰਹੇ ਨੇ ਹਿਮਾਚਲ ਪ੍ਰਦੇਸ਼ ਤੋਂ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਜਿਹੜੇ ਹੈਗੇ ਉਹ ਪਰੇਸ਼ਾਨ ਜ਼ਰੂਰ ਦਿਖੇ, ਲੇਕਿਨ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਜਿਨ੍ਹਾਂ ਦਾ ਵੈਲਿਡ ਰੀਜ਼ਨ ਹੈ ਜਾਂ ਜਿਨ੍ਹਾਂ ਨੇ ਹਸਪੀਟਲ ਜਾਣਾ ਹੈ ਜਾਂ ਫਿਰ ਜਿਨ੍ਹਾਂ ਨੇ ਦਵਾਈਆਂ, ਜਿਹੜਾ ਕੋਈ ਪੇਸ਼ੈਂਟ ਹੈ ਉਹੀ ਸਿਰਫ ਜਾ ਸਕਣਗੇ, ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ। ਤਸਵੀਰਾਂ ਤੁਸੀਂ ਵੇਖ ਲਓ, ਬਨੂੜ ਰਾਜਪੁਰਾ ਹਾਈਵੇ ਦੀ 10 ਕਿਲੋਮੀਟਰ ਦੂਰ ਇੱਥੋਂ ਰਹਿ ਜਾਂਦਾ ਸ਼ੰਭੂ ਬੈਰੇ, ਉੱਥੇ ਦੀ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ। ਇਸ ਤੋਂ ਬਾਅਦ ਅਸੀਂ ਉੱਥੇ ਪਹੁੰਚਣਾ ਹੈ ਤੇ ਉੱਥੇ ਵੀ ਗੱਲ ਕਰਾਂਗੇ, ਜਿਹੜੇ ਲੀਡਰ ਉੱਥੇ ਜਿਹੜਾ ਸੰਬੋਧਨ ਚੱਲ ਰਿਹਾ ਉੱਥੇ ਵੀ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ। ਲੇਕਿਨ ਉਸ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਵਿਜੇ ਕਿ ਥਾਂ ਦੀ ਜਿਹੜੀ ਤਸਵੀਰਾਂ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਜੀਜਪੁਰ ਟੋਲ ਪਲਾਜ਼ਾ ਦੀ ਅਸੀਂ ਗੱਲ ਕੀਤੀ ਸੀ ਪਹਿਲਾਂ, ਉਸ ਤੋਂ ਪਹਿਲਾਂ ਜਿਹੜਾ ਹਾਈਵੇ ਜੀਰਕਪੁਰ ਦਾ ਉੱਥੋਂ, ਉਸ ਤੋਂ ਬਾਅਦ ਲਾਂਡਰਾ ਦੀ ਪਹਿਲਾਂ ਦਿਖਾਈ ਸੀ। ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਲੋਕਾਂ ਨੂੰ ਵੀ ਅਪੀਲ ਕਰਨਾ ਬਾਰ-ਬਾਰ ਕਿ ਤੁਸੀਂ ਬੇਵਜ੍ਹਾ ਘਰ ਤੋਂ ਨਾ ਨਿਕਲੋ, ਨਹੀਂ ਤਾਂ ਪਰੇਸ਼ਾਨੀ ਹੋ ਸਕਦੀ ਹੈ, ਕਿਉਂਕਿ ਇੱਥੇ ਪੂਰਾ ਰੋਡ ਜਿਹੜਾ ਹੈ ਉਹ ਜਾਮ ਹੈ। ਬੇਫਜ਼ੂਲ 'ਚ ਤੁਸੀਂ ਘਰ ਤੋਂ ਨਾ ਨਿਕਲੋ, ਸਿਰਫ ਜਿਹੜੇ ਐਮਰਜੈਂਸੀ ਸੇਵਾਵਾਂ ਨੇ ਜਾਂ ਫਿਰ ਜਿਹਨੂੰ ਵੀ ਐਮਰਜੈਂਸੀ ਹੈ ਉਹ ਆਪਣਾ ਵੈਲਿਡ ਰੀਜ਼ਨ ਦੱਸ ਕੇ ਇੱਥੋਂ ਜਾ ਸਕਦਾ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਜਿਹੜਾ ਵੀ ਇੱਥੋਂ ਆ ਰਹੇ ਨੇ, ਹਾਲਾਂਕਿ ਡਾਕਟਰ ਨੇ ਇਹ ਡਾਕਟਰਸ ਨੂੰ ਜਾਣ ਦਿੱਤਾ ਜਾਏਗਾ, ਇਹ ਦੇਖਣਾ ਹੋਵੇਗਾ। ਅਸੀਂ ਕੋਸ਼ਿਸ਼ ਕਰਦੇ ਹਾਂ ਉੱਥੇ ਪਹੁੰਚ ਕੇ ਕਿ ਇਹ ਜਿਹੜੇ ਡਾਕਟਰਸ ਦੀ ਟੀਮ ਨੇ ਇਹਨਾਂ ਨੂੰ, ਹਾਲਾਂਕਿ ਇਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਇਹ ਡਾਕਟਰਸ ਨੇ, ਸਰ ਇਹ ਡਾਕਟਰ ਨੇ, ਇਹਨਾਂ ਨੂੰ ਜਾਣ ਦਿੱਤਾ ਜਾਏ, ਡਾਕਟਰਸ ਨੇ। ਚਲੋ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਵਿਜੇ। ਉਹ ਸਾਰੇ मैं डॉक्टर हूँ, शिवा हॉस्पिटल है अपना आगे, मल्टी स्पेशलिटी हॉस्पिटल, और डॉक्टर पल्लवी BDS, डॉक्टर आशीष MBBS, माय फादर BMS इज कमिंग जस्ट। तरह की कोई दिक्कत रास्ते में बहुत दिक्कत है, कई लोग नहीं समझते, बट अच्छे भी हैं बुरे भी हैं, दोनों मिक्स होते हैं। जो थोड़े समझदार हैं वो समझ जाते हैं, वो आने देते हैं। पंचकूला रेजिडेंस है, यहाँ तक पहुँचा हूँ, अलाउ किया है इसीलिए पहुँचा हूँ। एक आदमी नहीं समझ रहा, जो बुजुर्ग हैं, बड़े हैं, उन्होंने साफ तौर पे कहा था कि इमरजेंसी जो यस कार्ड दिखाओ जाने देंगे। अब पीछे एक आदमी गलत लड़ाई कर रहा है, कार्ड दिखा रहा है फार्मेसी का और बोल रहा है मैं डॉक्टर हूँ, ऐसे भी कई लोग, ये गलत है, राइट। उसको अलाउड नहीं है, उसने पेशेंट नहीं देखना है, मैंने पेशेंट देखना है। आई एम अलाउड, चाहे मैं एक छोटा कमरे में बैठा हूँ, चाहे मैं एक बड़ा हॉस्पिटल लेके बैठा हूँ, डॉक्टर इज अ डॉक्टर, ये जरूरी है। किसान भाइयों के साथ में 100% खड़ा हूँ, कुछ गलत नहीं है, वो अपनी जगह 100% सही है। ਬਿਲਕੁਲ ਜਿਹੜੇ ਡਾਕਟਰਸ ਨੇ ਇਹ ਹਸਪੀਟਲ ਜਾ ਰਹੇ ਨੇ, ਇੱਕ ਵੈਲਿਡ ਰੀਜ਼ਨ ਹੈਗਾ ਕਿ ਇਹ ਜਿਹੜੇ ਡਾਕਟਰਸ ਨੇ, ਡਾਕਟਰ ਉਹਨਾਂ ਦੇ ਨਾਲ ਡਾਕਟਰ ਪਲਵੀ ਵੀ ਨੇ, ਇਹ ਕਿਸਾਨਾਂ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਨੇ, ਜਿਹੜੇ ਡਾਕਟਰਸ ਨੇ ਜਾਂ ਜਿਹੜੇ ਐਮਰਜੈਂਸੀ ਸੇਵਾਵਾਂ ਵਿਜੇ, ਇਹਨਾਂ ਨੂੰ ਜਾਣ ਦਿੱਤਾ ਜਾਊਗਾ, ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ। ਲੇਕਿਨ ਦੂਜੇ ਪਾਸੇ ਜਿਹੜੇ ਲੋਕ ਇੱਥੇ ਤਫਰੀ ਕਰਨ ਪਹੁੰਚ ਰਹੇ ਨੇ, ਜਿਹੜੇ ਮਨੋਜ, ਇਸ ਦੇ ਵਿੱਚ ਇਹ ਚੀਜ਼ ਸਮਝਣ ਵਾਲੀ ਹੈ। ਇਹ ਜਿਹੜਾ ਪੁਆਇੰਟ ਜਿਹੜਾ ਡਾਕਟਰ ਸਾਹਿਬ ਨੇ ਪੁਆਇੰਟ ਉਠਾਇਆ ਹੈ, ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਜੇ ਸਾਨੂੰ ਪਰਮਿਸ਼ਨ ਦਿੱਤੀ ਹੈ ਤਾਂ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਕਈ ਲੋਕ ਨਹੀਂ ਸਮਝਦੇ, ਕਈ ਲੋਕ ਬਹਿਸ ਕਰਦੇ ਨੇ, ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਹਰ ਧਰਨੇ ਦੇ ਵਿੱਚ ਵੀ ਐਸੇ ਲੋਕ ਨੇ ਜਿਹੜੇ ਨਹੀਂ ਸਮਝਦੇ, ਕਈ ਵਾਰੀ ਜੈਨੂਅਨ ਬੰਦੇ ਨੂੰ ਵੀ ਨਹੀਂ ਜਾਣ ਦਿੱਤਾ ਜਾਂਦਾ। ਔਰ ਦੂਸਰੇ ਪਾਸੇ ਇਹ ਵੀ ਉਹਨਾਂ ਦਾ ਗਿਲਾ ਹੈ ਕਿ ਲੋਕ ਜਾਣਬੁੱਝ ਕੇ ਐਮਰਜੈਂਸੀ ਬਹਾਨੇ ਬਣਾਉਂਦੇ ਨੇ ਅੱਗੇ ਜਾਣ ਦੇ ਲਈ। ਸੋ ਇਸ ਤਰੀਕੇ ਦੇ ਵੀ, ਯਾਨੀ ਪੱਖ ਜਿਹੜੇ ਨੇ ਦੋਨੇ ਪਹਿਲੂ ਨੇ, ਦੋਨਾਂ ਪਹਿਲੂਆਂ ਨੂੰ ਸਮਝਣਾ ਪਏਗਾ ਕਿ ਹਰ ਧਰਨੇ ਦੇ ਵਿੱਚ ਸਾਰੇ ਲੋਕ ਚੰਗੇ ਨਹੀਂ, ਬਹੁਤ ਥਾਵਾਂ ਤੇ ਲੋਕਾਂ ਨੂੰ ਰੋਕ ਲਿਆ ਜਾਂਦਾ ਹੈ, ਐਮਰਜੈਂਸੀ ਸਰਵਿਸਿਜ਼ ਵੀ ਨਹੀਂ ਜਾਣ ਦਿੱਤੀ ਜਾਂਦੀ, ਔਰ ਬਹੁਤ ਥਾਵਾਂ ਤੇ ਲੋਕ ਵੀ ਜਿਹੜਾ ਹੈ ਉਹ ਜਾਣਬੁੱਝ ਕੇ ਕੋਈ ਐਸਾ ਬਹਾਨਾ ਮਾਰ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹ ਬਹਿਸਬਾਜ਼ੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਯਾਨੀ ਦੋਨੇ ਪੱਖ ਨੇ, ਦੋਨਾਂ ਪੱਖਾਂ ਨੂੰ ਸਮਝਣਾ ਲਾਜ਼ਮੀ ਹੋ ਜਾਂਦਾ ਹੈ।
ਦੇਖੋ ਵਿਜੇ ਸਭ ਤੋਂ ਵੱਡੀ ਗੱਲ ਹੈ ਕਿ ਦੋਨੋਂ ਪੱਖ ਨੇ, ਜਿੱਦਾਂ ਤੁਸੀਂ ਕਹੀ, ਜਿੱਦਾਂ ਡਾਕਟਰ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ, ਇਹਨਾਂ ਦਾ ਬਿਲਕੁਲ ਪੱਖ ਠੀਕ ਹੈ ਕਿ ਕਈ ਲੋਕ ਜਿਹੜਾ ਹੈਗਾ ਬੇਵਕੂਫ ਬਣਾਉਂਦੇ ਆ, ਜਿਹੜੇ ਇੱਥੇ ਖੜੇ ਨੇ ਉਹਨਾਂ ਨੂੰ ਝੂਠ ਬੋਲਦੇ ਆ ਕਿ ਸਾਡਾ ਪੀਜੀਆਈ 'ਚ ਕੋਈ ਐਡਮਿਟ ਹੈਗਾ, ਅਸੀਂ ਐਮਰਜੈਂਸੀ ਜਿਹੜਾ ਹੈ ਜਾਣਾ ਹੈ। ਇਸ ਤਰ੍ਹਾਂ ਦੀ ਚੀਜ਼ਾਂ ਸਵੇਰ ਤੋਂ ਅਸੀਂ ਦੇਖ ਰਹੇ, ਲੇਕਿਨ ਸਾਡੀ ਬਾਰ-ਬਾਰ ਅਪੀਲ ਹੈ ਲੋਕਾਂ ਨੂੰ ਕਿ ਅੱਜ ਦਾ ਦਿਨ ਜੇ ਤੁਸੀਂ ਕੋਆਪਰੇਟ ਕਰੋਗੇ ਇਹਨਾਂ ਦੇ ਨਾਲ ਤਾਂ ਵਧੀਆ ਹੋਗਾ, ਕਿਉਂਕਿ ਅੱਜ ਦੀ ਕਾਲ ਨਹੀਂ ਹੈ, 1 ਮਹੀਨਾ ਪਹਿਲਾਂ ਹੀ ਪ੍ਰੈਸ ਕਾਨਫਰੰਸ ਰਾਹੀਂ ਲਗਾਤਾਰ ਅਸੀਂ ਵੀ ਕਵਰੇਜ ਕੀਤੀ ਹੈ ਕਿ ਲੋਕਾਂ ਨੂੰ ਦੱਸਿਆ ਕਿ 27 ਤਾਰੀਖ ਯਾਨੀ ਅੱਜ ਦੇ ਦਿਨ ਸਵੇਰੇ 6 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਹੈ ਉਹ ਬੰਦ ਹੈ। ਕੋਸ਼ਿਸ਼ ਜ਼ਰੂਰ ਕੀਤੀ ਅਸੀਂ ਕਿ ਜਿਹੜੀ ਵੀ ਇਹਨਾਂ ਨਾਲ ਗੱਲਬਾਤ ਵੀ ਮਨੋਜ, ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ ਸਾਡੇ ਨਾਲ ਅਸ਼ੋਕ ਯਾਦਵ ਜੁੜ ਗਏ ਨੇ। ਮਨੋਜ, ਮੈਂ ਤੁਹਾਨੂੰ ਥੋੜਾ ਜਿਹਾ ਰੋਕਣਾ ਚਾਹੂੰਗਾ, ਅਸ਼ੋਕ ਯਾਦਵ ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ ਜੁੜ ਗਏ ਨੇ। ਅਸ਼ੋਕ ਯਾਦਵ ਤੋਂ ਅਪਡੇਟ ਲੈ ਲੈਂਦੇ ਆ। ਅਸ਼ੋਕ, ਸਿਚੁਏਸ਼ਨ ਦੇਖਣੀ ਚਾਹਾਂਗੇ ਤਸਵੀਰਾਂ ਦੇ ਜ਼ਰੀਏ, ਕਿਸ ਤਰੀਕੇ ਦਾ ਮਾਹੌਲ ਹੈ ਰੇਲਵੇ ਟਰੈਕਸ ਤੇ? ਕੀ ਟ੍ਰੇਨਸ ਟੋਟਲ ਬੰਦ ਨੇ, ਮੁਕੰਮਲ ਬੰਦ ਨੇ, ਜਾਂ ਕੋਈ ਗੁੰਜਾਇਸ਼ ਹੈ ਕਿਤੇ ਲੋਕਾਂ ਦੇ ਜਾਣ ਦੀ, ਔਰ ਕੀ ਪਬਲਿਕ ਕੀ एक्सपेक्ट कर रही है? जी, कुरुक्षेत्र की बात की जाए तो कुरुक्षेत्र में आपको दिखा सकते हैं इस समय 2 रेलवे ट्रेनें खड़ी हैं, यानी कि अमृतसर की ओर जाने वाली दादर एक्सप्रेस वो खड़ी है और माता वैष्णो देवी कटरा की ओर जाने वाली मालवा एक्सप्रेस खड़ी है। इसके साथ 5 रेलगाड़ियों को कुरुक्षेत्र में रद्द कर दिया गया है। आपको तस्वीरें दिखा सकते हैं कुरुक्षेत्र में, ये इस समय मालवा एक्सप्रेस है, ये माता वैष्णो देवी की ओर जाती है और ये कुरुक्षेत्र के रेलवे स्टेशन पर खड़ी है। इसके दूसरी तरफ जो रेलवे ट्रैक है वहां पर दादर एक्सप्रेस खड़ी है। शाहबाद मारकंडा के पास जहां पर किसान रेलवे ट्रैक पर बैठे हुए हैं वहां पर ऊंचा एक्सप्रेस खड़ी है। कहीं ना कहीं बात की जाए तो कुरुक्षेत्र में 5 रेलगाड़ियों को रद्द कर दिया गया है। इसके अलावा कालका दिल्ली शताब्दी एक्सप्रेस को रद्द किया गया है, ऊना जनशताब्दी को रद्द किया गया है। तमाम रेलगाड़ियां हैं जो कहीं ना कहीं लोग जा रहे थे और जहां तहां इस समय रेलवे स्टेशन पर बैठे हैं। देखिए, लोग बैठे हुए हैं और परेशान हैं। आखिरकार 4 बजे का जब समय होगा, जब ये रेलवे ट्रैक पूरी तरह से सुचारू रूप से चलेगा। कुरुक्षेत्र का ये रेलवे स्टेशन है, दिल्ली अमृतसर का मेन रेलवे ट्रैक है और यहाँ पर जिस तरह से रेल ट्रेनें रुकी हुई हैं, कहीं ना कहीं किसान, यहाँ से थोड़ी सी आगे शाहबाद मारकंडा है, वहां पर किसान बैठे हुए हैं। तो ये रेलवे ट्रैक, हम रेलवे ट्रेन के अंदर भी आपको दिखाएंगे किस तरह से लोग जो है वो कहीं ना कहीं बैठे हुए हैं, क्योंकि काफी, देखिए आपको दूसरी तरफ दिखा सकते हैं कि अशोक, क्या क्या दादर क्या एक्सप्रेस यात्रियों है, से वो बात खड़ी कर है। सकते हैं जो ट्रेन में बैठे? जी, आपको हम यात्रियों से बातचीत करने भी, यात्रियों से भी बातचीत करेंगे। कहीं ना कहीं जो यात्री हैं वो दूर दराज से जा रहे थे, हम आपको दिखाएंगे। जो यात्री हैं उनसे ही पूछ सकते हैं कि ये यात्री कहाँ जा रहे थे, इनको किस तरह की दिक्कत आ रही है। ये पैसेंजर्स हैं, कुछ बैठे हुए आप लोग पैसेंजर्स हैं, कहाँ जा रहे थे? आपको पता था आज भारत बंद है और रेलवे ट्रैक पे रेलवे ट्रेनें खड़ी, कुछ पता है आप लोगों को? हम लुधियाना जा रहे हैं, हमें पता था आज भारत बंद है, पर ये कंडीशन का पता नहीं था कि ट्रेन यहाँ पे रुक जाएगी और रेलवे में आंदोलन रहेगा, इतना वो प्रभाव रहेगा। इसलिए अब परेशानी हो रही है, यात्री सब रुके हुए हैं, अभी तो कोई पता नहीं गाड़ी कब चले कब नहीं। सर, आप क्या बताएंगे, कहाँ जा रहे थे? आप लोगों को पता था आज भारत बंद है, रेलवे ट्रैक पे रेलवे ट्रेन बंद का तो पता था, लेकिन ये जानकारी नहीं थी कि ट्रेनों को इतनी समस्या आ जाएगी। ट्रेनों को ये समस्या नहीं आना चाहिए थी, जबकि ट्रेनों को रोका जा रहा है, ये बहुत ही गलत हो रहा है। कहाँ जा रहे थे आप? हम लुधियाना जा रहे थे। आप लोग कहाँ जा रहे थे? कुछ आपको पता था कि आज भारत बंद है, रेलवे ट्रेन बंद रहेंगी या रेलवे ट्रैक? जानकारी नहीं मिली। लुधियाना जा रहे थे और सुबह 6 बजे से अटके हुए हैं, बता रहे शाम को 4-5 बजे तक रुकी रहेगी ट्रेन। आप सुन सकते हैं कि जो पैसेंजर्स हैं वो ट्रेन में सफर कर रहे हैं, कुछ लोग लुधियाना जा रहे हैं, कुछ लोग माता वैष्णो देवी जा रहे हैं। उनको नहीं पता था, इतना जरूर पता था कि आज भारत बंद है, मगर उन लोगों को ये नहीं पता था कि रेलवे ट्रेनें भी इस तरह से खड़ी कर दी जाएंगी। यानी कि कुरुक्षेत्र के रेलवे स्टेशन पर मालवा एक्सप्रेस खड़ी है, दादर एक्सप्रेस खड़ी है, यहाँ से शाहबाद मारकंडा के पास ऊंचा एक्सप्रेस खड़ी है और तमाम इस सहित 5 रेलगाड़ियों को कुरुक्षेत्र में रद्द भी कर दिया गया है। जी, ਤਾਂ ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ ਤਸਵੀਰਾਂ ਦਿਖਾਈਆਂ ਅਸੀਂ, ਕਿਉਂਕਿ ਹਰ ਤਸਵੀਰ ਦਰਸ਼ਕਾਂ ਤੱਕ ਪਹੁੰਚਣੀ, ਹਰ ਤਸਵੀਰ ਉਸ ਦਾ ਪੱਖ ਜਾਣਨਾ, ਹਰ ਤਸਵੀਰ ਨੂੰ ਦੇਖਣਾ ਲਾਜ਼ਮੀ ਹੋ ਜਾਂਦਾ ਹੈ। ਜਦੋਂ ਐਸੇ ਪ੍ਰਦਰਸ਼ਨ ਉਲੀਕੇ ਜਾਂਦੇ ਨੇ, ਕਿੱਥੇ ਕਿੱਥੇ ਕਈ ਵਾਰੀ ਕਿਤੇ ਕਮੀਆਂ ਰਹਿ ਜਾਂਦੀਆਂ ਨੇ, ਕਿਵੇਂ ਉਹਨਾਂ ਨੂੰ ਦਰੁਸਤ ਕੀਤਾ ਜਾਣਾ ਹੈ, ਕਿਵੇਂ ਉਹਨਾਂ ਦੇ ਨਾਲ ਉਹਨਾਂ ਚੁਣੌਤੀਆਂ ਦੇ ਨਾਲ ਨਿਪਟਿਆ ਜਾਣਾ ਹੈ, ਇਹ ਚੀਜ਼ਾਂ ज़्यादा अहम हो जाती हैं ऐसे मौके पर। बहुत सारे यात्री ये कहते सुनाई देते हैं कि उन्होंने ये तो पता सी कि भारत बंद है, पर उन्होंने ये अंदाज़ा नहीं सी कि इस तरीके नाल बंद होएगा। कोई रेल नहीं चलेगी, ट्रेन नहीं चलेगी, कोई सड़की आवाजाही नहीं चलेगी, इस चीज़ का उन्होंने अंदाज़ा नहीं सी। सो कई बार लोगों तक इस तरीके नाल जानकारी भी नहीं पहुँच पाती और इस करके वो ਜਿਹੜਾ ਹੈ ਇਸ ਤਰੀਕੇ ਨਾਲ ਫਿਰ ਉਹਨਾਂ ਨੂੰ ਇੰਤਜ਼ਾਰ ਘੰਟਿਆਂ ਬੱਧੀ ਕਰਨਾ ਪੈਂਦਾ ਹੈ। ਮਨੋਜ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ, ਮਨੋਜ ਕੁਮਾਰ ਦਾ ਵੀ ਰੁਖ ਕਰ ਲੈਂਦੇ ਹਾਂ। ਜ਼ੀਰਕਪੁਰ ਪਟਿਆਲਾ ਚੌਂਕ ਤੇ ਦੀਆਂ ਤਸਵੀਰਾਂ
ਮਨੋਜ ਤੁਹਾਡੇ ਜਰੀਏ ਅਸੀਂ ਤਸਵੀਰਾਂ ਦੇਖਣੀਆਂ ਚਾਹਾਂਗੇ। ਵੱਖ-ਵੱਖ ਥਾਵਾਂ ਤੇ ਅਸੀਂ ਅੰਮ੍ਰਿਤਸਰ ਹੋਵੇ, ਮੋਹਾਲੀ ਹੋਵੇ, ਸ਼ੰਭੂ ਬਾਰਡਰ ਹੋਵੇ, ਕੁਰੂਕਸ਼ੇਤਰ ਹੋਵੇ, ਹਰ ਜਗ੍ਹਾ ਦੀ ਤਸਵੀਰ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਸਵੇਰ ਤੋਂ ਨੌਨ ਸਟਾਪ ਕਵਰੇਜ। ਸੋ ਤੁਹਾਡੇ ਜ਼ਰੀਏ ਹੁਣ ਮਾਹੌਲ ਸਮਝਣਾ ਚਾਹਾਂਗੇ ਜ਼ੀਰਕਪੁਰ ਪਟਿਆਲਾ ਹਾਈਵੇ ਦਾ ਕਿਸ ਤਰੀਕੇ ਦਾ ਮਾਹੌਲ ਹੈ, ਕਿਵੇਂ ਐਮਰਜੈਂਸੀ ਸਰਵਿਸਿਜ਼ ਨੂੰ ਜਗ੍ਹਾ ਦਿੱਤੀ ਗਈ ਹੈ, ਕਿਵੇਂ, ਕਿਉਂਕਿ ਬਹੁਤ ਸਾਰੇ ਥਾਵਾਂ ਤੋਂ ਇਹ ਤਸਵੀਰਾਂ ਆਈਆਂ ਨੇ ਕਿ ਲੋਕ ਉਲਝ ਰਹੇ ਨੇ, ਬਹੁਤ ਥਾਵਾਂ ਤੇ ਬਹਿਸਬਾਜ਼ੀ ਕਰ ਰਹੇ ਨੇ। ਜਿਹੜੇ ਜੈਨੂਅਨ ਲੋਕ ਨੇ ਉਹਨਾਂ ਨੂੰ ਆਈ ਕਾਰਡ ਦੇਖ ਕੇ ਲਗਾਇਆ ਵੀ ਜਾ ਰਿਹਾ ਹੈ, ਪਰ ਕਈ ਥਾਵਾਂ ਤੇ ਬਹਿਸਬਾਜ਼ੀ ਵੀ ਦੇਖਣ ਨੂੰ ਮਿਲ ਰਹੀ ਹੈ। ਸੋ ਜ਼ੀਰਕਪੁਰ ਪਟਿਆਲਾ ਤੇ ਕੀ ਇੰਤਜ਼ਾਮ ਨੇ, ਪੂਰੀ ਤਸਵੀਰ कैमरे ਦੇ ਜ਼ਰੀਏ समझनी चाहांगे ਤੁਹਾਡੀ ਜ਼ੁਬਾਨੀ। बिल्कुल विजयपाल, इस वक्त मैं जीरकपुर पटियाला चौक पर हूं और आप देखेंगे ये पटियाला चौक पर बीचों बीच तमाम जो किसान हैं वो यहां पर बैठे हुए हैं और यहां पर किसानों का समर्थन करने के लिए आसपास की जो फैक्ट्रीज हैं उनके कर्मचारी भी यहां पर अपने झंडे लेकर पहुंचे हुए हैं। तो पटियाला चौक बहुत बिजी ये चौक रहता है, सैकड़ों वाहन रोजाना यहाँ से गुजरते हैं, लेकिन आज यहाँ किसान हैं। सुबह 6 बजे से ही यहाँ पर किसान बड़ी संख्या में बैठे हुए हैं। किसानों के साथ साथ यहाँ पर मजदूर भी शामिल हो गए हैं और पूरी तरीके से यहाँ पर जो यातायात है रुका हुआ है। हालांकि स्टेट हाईवेज को या नेशनल हाईवेज को कई जगह पर रोका गया। तो आपको ये सड़क दिखाता हूँ मैं, ये दरअसल पटियाला रोड है जो जीरकपुर से पटियाला की तरफ जाती है। आज यहाँ पर सन्नाटा है, बहुत सारे व्हीकल जिनको व्हीकल चालक जो हैं जिनको जानकारी है वो यहाँ से जो डाइवर्जन दिया गया है वहाँ से अपने मंजिल की तरफ बढ़ रहे हैं। बहुत कम संख्या में व्हीकल्स यहाँ पर आते हैं, लेकिन जो व्हीकल यहाँ आते हैं उनको अगर वो इमरजेंसी सर्विसेज से जुड़े हुए हैं या ऐसे लोग जो आपातकाल सेवाओं से जुड़े हैं उनको यहाँ से जाने दिया जाता है। लेकिन यहाँ पर आप देखेंगे ट्रैक्टर ट्राली लगाई हुई है किसानों ने, किसी भी व्हीकल को आसानी से यहाँ से गुजरने नहीं दिया जाता है। और ये जो सड़क है मेरे दाहिनी तरफ, ये डेरा बसी और अंबाला की तरफ से जो चंडीगढ़ की तरफ आते हैं, यहाँ पर भी आप देखेंगे कि किसानों ने ट्रैक्टर ट्रॉली लगाकर इसको पूरी तरीके से रोका हुआ है। और सुबह से ही ये नज़ारा यहाँ पर बना हुआ है। शाम 4 बजे तक का किसानों का आह्वान है बंद का। तो किसानों का जो रुख है, जो तेवर, उसको देखकर लगता है कि शाम तक यही स्थिति यहाँ पर रहने वाली है और लगातार यहाँ पर जो किसानों की तादाद है वो हमें बढ़ती हुई दिखाई दे रही है। जी विजयपाल। मनोज, बहुत सारी जगह पे ये देखा गया है कि लोग जो है वो अपना आई कार्ड दिखाते हैं, कोई इमरजेंसी सर्विसेज है उनको जाने दिया जा रहा है। और खरड़ की तरफ जो लगे हुए हैं बैरिकेड्स जहाँ पे धरना दिया जा रहा है, वहाँ पे बहुत लोग दिखाई दिए जो बहस कर रहे थे, किसानों के साथ तलखी भी हुई बहुत लोगों की। तो अभी हम सुन रहे थे एक जगह पे शंभू बॉर्डर पे एक डॉक्टर कह रहे थे कि जो जेन्युइन है बहुत जगह पे लोग जाने भी देते हैं और बहुत जगह पे नहीं समझते। तो क्या जीरकपुर में भी ऐसा कुछ नजर आया? जी बिल्कुल, यहाँ पर हम देख रहे थे सुबह से काफ़ी लोग यहाँ पर आए, बहसबाजी भी किसानों के साथ हुई, लेकिन ज़्यादातर व्हीकल्स अगर उन्होंने वैलिड डॉक्यूमेंट यहाँ पर दिखाया है तो उनको जाने दिया गया था। हालांकि कुछ लोगों को यहाँ पर रोका भी गया। आप देखेंगे सीधी तस्वीरों में जो व्हीकल्स यहाँ पर आ रहे हैं, पहले तो उनको रोका जाता है, लेकिन अगर कोई वैलिड रीजन बताता है तो उसको यहाँ से जाने की इजाज़त भी दी जाती है। हमने देखा कई जो एम्बुलेंस हैं उनको जाने दिया गया, कुछ ऐसे लोग जो मेडिकल सर्विसेज से जुड़े हुए हैं उनको यहाँ से जाने दिया जा रहा है, और बाकी कुछ जो टू व्हीलर्स थे इनको यहाँ से जाने के लिए कहा गया। तो मनोज, हम चाहेंगे जो ये नौजवान नजर आ रहे हैं जो मैनेज कर रहे हैं, अगर आप इनसे बात कर सके कि इनको क्या इंस्ट्रक्शंस हैं, कैसे ये मैनेज करते हैं, क्या इन्होंने टीमें बनाई हुई हैं, अगर ये बता सकें। जी बिल्कुल बिल्कुल। आप कौन कौन से व्हीकल्स को जाने दे रहे हैं आप? सर कल एम्बुलेंस हो गई, जो इमरजेंसी है सर, बस उनको जाने दे रहे हैं और किसी को नहीं जाने दे रहे हैं, फालतू वाले को। मतलब सिर्फ मेडिकल सर्विस से जुड़े जो लोग हैं वो बस सर वही जा सकता। सर चेक करते हो, जैसे देखिए विजयपाल यहाँ पे कुछ पेपर है वो जा सकता है, वो फालतू बंदे को नहीं जाने देंगे। डॉक्यूमेंट दिखाइए, क्या डॉक्यूमेंट है? कहाँ जा रहे हैं? चंडीगढ़ जा रहे हैं। किस काम के लिए जा रहे हैं? निकलो। आप ये बताइए कौन कौन से लोगों को जाने देते हैं? सर मेडिकल वालों को हो गया, पेशेंट हो गए, अभी एजुकेशन वाले इनका पेपर है उनको हो गए, उनको अलाउड कर रहे हैं। इनका एग्जाम उनको भी छूट है। तो आपने कुछ व्हीकल्स वापस भी गए तो कोई डाइवर्जन बिना मतलब से घर से निकलोगे फिर तो वापस ही जाएंगे।
ये आज तो पता ही नहीं गया था कि आज बंद है। कम से कम भी 20 दिन पहले पता लग चुका था सभी को कि 27 को भारत बंद है, फिर भी नाजायज बाहर निकल रहे हैं तो उनको वापस मोड़ा जा रहा है। तो विजयपाल देखिए, जो मेडिकल सर्विसेज से जुड़े हुए हैं जिनका एग्जाम है उनको यहाँ से जाने की छूट दी जा रही है और आप देखिए लगातार जो व्हीकल्स हैं पटियाला की तरफ से और अपडेट ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸੂਰਜਪਾਨ ਸਾਡੇ ਸਹਿਯੋਗੀ ਬਠਿੰਡਾ ਤੋਂ ਜੁੜੇ ਨੇ ਔਰ ਸੁਰਿੰਦਰ ਕੰਬੋਜ ਸਾਡੇ ਸਹਿਯੋਗੀ ਜਿਹੜੇ ਨੇ ਜਲੰਧਰ ਤੋਂ ਜੁੜੇ ਨੇ। ਪਹਿਲਾਂ ਸੂਰਜਪਾਨ ਦਾ ਰੁਖ ਕਰ ਲੈਂਦੇ ਹਾਂ। ਸੂਰਜ, ਬਠਿੰਡਾ ਦੀਆਂ ਤਸਵੀਰਾਂ ਦੇਖਣੀਆਂ ਚਾਹਾਂਗੇ, ਸਮਝਣਾ ਚਾਹਾਂਗੇ ਕੀ ਮਾਹੌਲ ਹੈ, ਕਿਸ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ ਐਮਰਜੈਂਸੀ ਸਰਵਿਸਿਜ਼ ਨੂੰ, किस तरीके नाल किन्नियां थावां ते जिहड़े जाम ने या जे कहिए धरना है वो लाया गया? बिल्कुल विजय, बठिंडा की गल की जाए तो मैं भाई कन्हैया चौक के तुहानूं एक बार तस्वीरां दिखा दियां कि किस तरह के जिहड़े इंतजाम है वो कीते हुए ने। तुसीं वेख सको तस्वीरां दे विच किसान ने जिहड़े वो बैठे हुए ने और पूरे का पूरा हाईवे है जिहड़ा जाम है। दूसरे पासे तुहानूं दिखा दियां कि किस तरह के जिहड़े इंतजाम है वो इन्हां वल्लों कीते हुए ने। तुसीं वेख सकदे हो सड़क के उपर जिहड़े टाट है वो काफ़ी वड्डी गिनती में बिछाए हुए हैं, पर उस तरह का इकट्ठ फिलहाल इत्थे नज़र नहीं आ रहा। हालांकि टाइम है जिहड़ा 11:32-33 हो चुके हैं और सुबह 6 बजे जिहड़ा प्रदर्शन है वो शुरू किया गया सीगा पूरा भारत बंद की कॉल नूं लैके, क्योंकि काफ़ी दिनों तो पिंडां दे विच अनाउंसमेंटां कीतियां जा रही सी कि भारत बंद किया जाए, भारत बंद की कॉल पिंडां दे विच अनाउंस किया गया सी। पर उस तरह का जिहड़ा इकट्ठ है जिवें पहलां इकट्ठ इत्थे बठिंडा भाई कन्हैया चौक दे विच हुंदा सीगा विजय, उस तरह का इकट्ठ फिलहाल नज़र नहीं आ रहा। ना ही कोई छां के प्रबंध ने, क्योंकि किते ना किते लोग उन्होंने जगहों पर बैठे ने जिथे कोई छां वास्ते इन्हों बैठण के इंतजाम ने, क्योंकि पहला इत्थे काफ़ी वड्डा टेंट लगता हुंदा सी, स्टेज लगती हुंदी सी। स्टेज है वो भी सिर्फ ट्रक के ओले जिहड़ी छां है उस जगह पर लाई गई है, तां करके फिलहाल महिलावां तुसीं वेख सकदे हो तस्वीरां दे विच काफ़ी गिनती दे विच महिलावां ने वो इत्थे पहुंचियां होईयां ने, बच्चे पहुंचे हुए ने, पर वो लोग उस जगह पर बैठे हुए हैं क्योंकि गर्मी बहुत ज़्यादा हैगी है, गर्मी बहुत ज़्यादा, तां करके जिस जगह पर छां मिल रही है उस जगह के उपर लोग ने जिहड़े बैठे हुए नज़र आ रहे हैं। तस्वीरां दे विच महिलावां तुसीं विजय देख सकते हो काफ़ी वड्डी गिनती दे विच हरे रंग के दुपट्टे जिहड़े इन्हां महिलावां दे सिरां दे उपर लए हुए ने और आखिरकार खेती कानूनां नूं लैके हर कोई घर दे विचों बाहर निकल के उस धरने ते आपदी हाज़री लवाउणी चाहुंदा है जिस नूं लैके खेती कानूनां नूं रद्द कराया जा सके। विजय ठीक है तस्वीरां ਵੱਖ-ਵੱਖ ਥਾਵਾਂ ਤੋਂ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਜਲੰਧਰ ਦਾ ਵੀ ਰੁਖ ਕਰ ਲੈਂਦੇ ਹਾਂ। ਸੁਰਿੰਦਰ ਕੰਬੋਜ ਜੁੜੇ ਹੋਏ ਨੇ। ਸੁਰਿੰਦਰ, ਜਲੰਧਰ ਦੀਆਂ ਤਸਵੀਰਾਂ ਦੇਖਣੀਆਂ ਚਾਹਾਂਗੇ, ਕੀ ਮਾਹੌਲ ਹੈ, ਕਿਸ ਤਰੀਕੇ ਨਾਲ ਪੂਰੀ ਸਥਿਤੀ ਜਿਹੜੀ ਹੈ ਉਸ ਨੂੰ ਕੰਟਰੋਲ 'ਚ ਕੀਤਾ ਜਾ ਰਿਹਾ ਹੈ? ਬਿਲਕੁਲ ਵਿਜੇਪਾਲ, ਜਿੱਦਾਂ ਕਿ ਪਿਛਲੇ ਸਮੇਂ ਤੋਂ ਹੀ ਕਿਸਾਨ ਯੂਨੀਅਨ ਜਿਹੜਾ ਕਿਸਾਨ ਸੰਘਰਸ਼ ਮੋਰਚਾ ਉਹਦੇ ਵੱਲੋਂ ਐਲਾਨ ਕਰ ਦਿੱਤਾ ਗਿਆ 27 ਤਰੀਕ ਨੂੰ ਭਾਰਤ ਬੰਦ ਰਹੇਗਾ ਔਰ ਬੰਦ ਦੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਇਸ ਵੇਲੇ ਅਸੀਂ ਜਲੰਧਰ ਦੇ ਬੱਸ ਸਟੈਂਡ ਤੇ ਖੜੇ ਆ ਔਰ ਬੱਸਾਂ ਤਕਰੀਬਨ ਬੱਸਾਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਉਹ ਜ਼ਰੂਰ ਨਜ਼ਰ ਆ ਰਹੀਆਂ ਨੇ। ਹਾਲਾਂਕਿ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ PRTC ਜਾਂ ਪਨ ਬੱਸ ਹੈਗੀ ਆ ਉਹਨਾਂ ਵਿੱਚੋਂ ਕੋਈ ਵੀ ਬੱਸ ਜਿਹੜੀ ਇੱਥੇ ਨਜ਼ਰ ਨਹੀਂ ਆ ਰਹੀ, ਕਿਉਂਕਿ ਸਾਡੀ ਗੱਲ ਵੀ ਹੋਈ ਸੀ ਉਹਨਾਂ ਦੇ ਨਾਲ ਜਿਹੜੇ ਪ੍ਰਧਾਨ ਹੈਗੇ ਜਸਵੀਰ ਸਿੰਘ, ਉਹਨਾਂ ਦਾ ਸਾਫ਼-ਸਾਫ਼ ਕਹਿਣਾ ਵੀ ਜਿਹੜਾ ਪ੍ਰਦਰਸ਼ਨ ਅੱਜ ਬੰਦ ਦਾ ਐਲਾਨ ਕੀਤਾ ਕਿਸਾਨਾਂ ਵੱਲੋਂ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੈਗੀਆਂ ਜਾਂ PRTC ਦੀਆਂ ਬੱਸਾਂ ਹੈਗੀਆਂ ਉਹਨਾਂ ਦਾ ਵੀ ਸਮਰਥਨ ਕੀਤਾ ਗਿਆ ਔਰ ਨਾਲ ਦੀ ਨਾਲ ਜਿਹੜੀਆਂ ਬੱਸਾਂ ਹੈਗੀਆਂ ਉਹ ਬੱਸ ਸਟੈਂਡ ਤੋਂ ਬਾਹਰ ਜਿਹੜੇ ਆਪਣੇ ਡਿਪੂ ਹੈਗੇ ਡਿਪੂ 1 ਤੇ 2 ਉਹਦੇ ਵਿੱਚ ਖੜੀਆਂ ਹੈਗੀਆਂ। ਇੱਥੇ ਦੀ ਗੱਲ ਕਰੀਏ ਜਲੰਧਰ ਦੇ ਬੱਸ ਸਟੈਂਡ ਦੀਆਂ ਕੋਈ ਵੀ ਯਾਤਰੀ ਜਿਹੜਾ ਹੈਗਾ ਇੱਥੇ ਨਜ਼ਰ ਨਹੀਂ ਆ ਰਹੀ। ਹਾਲਾਂਕਿ ਦੂਸਰੇ ਪਾਸੇ ਜਿਹੜਾ ਐਂਟਰੀ ਪੁਆਇੰਟ ਹੈਗਾ ਬੱਸ ਸਟੈਂਡ ਦਾ ਉੱਥੇ ਆਟੋ ਵਾਲੇ ਜ਼ਰੂਰ ਖੜੇ ਨਜ਼ਰ ਆ ਰਹੇ ਨੇ ਔਰ ਕੋਸ਼ਿਸ਼ ਜਿਹੜੀ ਹੈਗੀ ਆ ਉਹ ਤਸਵੀਰਾਂ ਦਿਖਾਉਣ ਦੀ, ਜਿਹੜੀਆਂ ਦੁਕਾਨਾਂ ਇੱਕਾ ਦੁੱਕਾ ਦੁਕਾਨਾਂ ਜਿਹੜੀਆਂ ਬੱਸ ਸਟੈਂਡ ਤੇ ਹੈਗੀਆਂ ਉਹ ਜ਼ਰੂਰ ਖੁੱਲੀਆਂ ਹੈਗੀਆਂ। ਫਿਲਹਾਲ ਬੱਸ ਸਟੈਂਡ ਦੇ ਉੱਤੇ ਪੂਰੀ ਤਰ੍ਹਾਂ ਨਾਲ ਜਿਹੜੀ ਇਸ ਵੇਲੇ ਸੁੰਨ ਪਸਰੀ ਹੋਈ ਹੈ ਔਰ ਪੂਰੀ ਤਰ੍ਹਾਂ ਨਾਲ ਬੱਸ ਸਟੈਂਡ ਇਸ ਵੇਲੇ ਖਾਲੀ ਹੈਗਾ। ਜੀ ਵਿਜੇ। ਠੀਕ ਹੈ ਧੰਨਵਾਦ ਸੁਰਿੰਦਰ ਇਸ ਜਾਣਕਾਰੀ ਲਈ। ਇਹਨਾਂ ਤਸਵੀਰਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਸਾਡੇ ਸਹਿਯੋਗੀ ਵੱਖ-ਵੱਖ ਥਾਵਾਂ ਤੋਂ ਪੰਜਾਬ ਦੀਆਂ ਤਸਵੀਰਾਂ ਹੋਣ, ਹਰਿਆਣੇ ਦੀਆਂ ਤਸਵੀਰਾਂ ਹੋਣ, ਹਰ ਤਸਵੀਰ ਦਰਸ਼ਕਾਂ ਤੱਕ ਪਹੁੰਚਾਈ ਜਾ ਰਹੀ ਹੈ। ਅਸੀਂ ਲਗਾਤਾਰ ਇਸ ਨੌਨ ਸਟਾਪ ਕਵਰੇਜ ਦੇ ਜ਼ਰੀਏ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਇਸ ਵੱਡੀ ਕਵਰੇਜ ਮਹਾ ਕਵਰੇਜ ਦੇ ਜ਼ਰੀਏ ਦਰਸ਼ਕਾਂ ਤੱਕ 4 ਵਜੇ ਤੱਕ ਇਹ ਤਸਵੀਰਾਂ ਪਹੁੰਚਾਉਂਦੇ ਰਵਾਂਗੇ। ਸਾਡੇ ਨਾਲ ਕਿਸਾਨ ਆਗੂ ਵੀ ਜੁੜ ਰਹੇ ਨੇ, ਇੱਕ ਇੱਕ ਕਰਕੇ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ। ਹਰਮੀਤ ਸਿੰਘ ਕਾਦੀਆਂ ਜੁੜੇ ਨੇ, ਕਿਸਾਨ ਆਗੂ ਨੇ। ਕਾਦੀਆਂ ਸਾਹਿਬ, ਕਿਸ ਤਰੀਕੇ ਨਾਲ ਇਸ ਬੰਦ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਕਿਸ ਤਰੀਕੇ ਨਾਲ, ਕਿਉਂਕਿ ਇਸ ਵੇਲੇ ਜਿਹੜੀ ਹੈ ਉਹ ਕੋਆਰਡੀਨੇਸ਼ਨ ਬੜੀ ਅਹਿਮ ਹੋ ਜਾਂਦੀ ਹੈ। ਖਾਸ ਤੌਰ ਤੇ ਮੈਸੇਜ ਲੋਕਾਂ ਨੂੰ ਲੱਗਿਆ ਹੋਇਆ। ਬਹੁਤ ਦਿਨ ਪਹਿਲਾਂ ਅਸੀਂ ਵੀ ਇਹ ਖਬਰਾਂ ਚਲਾ ਰਹੇ ਸੀ ਕਿ ਇਸ ਤਰੀਕ ਦਾ ਬੰਦ ਹੈ, ਮੁਕੰਮਲ ਬੰਦ ਹੋਏਗਾ, ਲੋਕ ਆਪਣੇ ਘਰਾਂ 'ਚ ਹੀ ਰਹਿਣ। ਇਸ ਬੰਦ ਦਾ ਸਮਰਥਨ ਕਿਸਾਨ ਜਥੇਬੰਦੀਆਂ ਵੱਲੋਂ
ਕਿਹਾ ਗਿਆ ਸੀ ਔਰ ਉਹ ਮਿਲ ਵੀ ਰਿਹਾ, ਨਜ਼ਰ ਵੀ ਆ ਰਿਹਾ। ਪਰ ਬਹੁਤ ਥਾਵਾਂ ਤੇ ਜਦੋਂ ਐਮਰਜੈਂਸੀ ਸੇਵਾਵਾਂ ਹੁੰਦੀਆਂ ਨੇ, ਸਰਵਿਸਿਜ਼ ਹੁੰਦੀਆਂ ਨੇ, ਸੋ ਕੀ ਤੁਸੀਂ ਜਿਹੜੇ ਵਲੰਟੀਅਰਸ ਇਸ ਦੇ ਵਿੱਚ ਲਗਾਏ ਹੈ ਉਹਨਾਂ ਨੂੰ ਕੋਈ ਇੰਸਟਰਕਸ਼ਨਸ ਨੇ ਖਾਸ ਤਰੀਕੇ ਨਾਲ ਕਿ ਜੇ ਕੋਈ ਜਾਣਾ ਚਾਹੁੰਦਾ ਤਾਂ ਉਸ ਦੇ ਨਾਲ ਉਸ ਨੂੰ ਜਾਣ ਦਿੱਤਾ ਜਾਵੇ? ਦੇਖੋ ਮੈਂ ਹੁਣ ਅੱਜ ਅੰਬਾਲੇ ਤੋਂ ਸਿੱਧਾ ਆਇਆ, ਹੁਣ ਮੈਂ ਜਲੰਧਰ ਪਹੁੰਚ ਗਿਆ, ਰਸਤੇ ਸਾਰਾ ਬੰਦ ਆ, ਸਾਰੇ ਅਲੱਗ-ਅਲੱਗ ਜਗ੍ਹਾ ਤੇ ਪ੍ਰਬੰਧ ਚੱਲ ਰਹੇ ਨੇ ਤੇ ਜਿਹੜੇ ਵਲੰਟੀਅਰ ਲਾਏ ਹੋਏ ਆ ਸਪੈਸ਼ਲ ਇੰਸਟਰਕਸ਼ਨਸ ਨੇ ਵੀ ਐਂਬੂਲੈਂਸ ਤੇ ਕੋਈ ਗਰਭਵਤੀ ਲੇਡੀ, ਕਿਸੇ ਨੇ ਬੱਚੇ ਨੇ ਪੇਪਰ ਦੇਣਾ ਉਹ ਨਿਕਲ ਸਕਦਾ, ਕਿਸੇ ਕੋਲ 에ਅਰ ਟਿਕਟ ਆ, ਬੱਚੇ ਸਾਡੇ ਬਾਹਰ ਜਾ ਰਹੇ ਨੇ ਤੇ ਉਹਨਾਂ ਵਾਸਤੇ ਜੇ 에ਅਰ ਟਿਕਟ ਹੈਗੀ, 에ਅਰ ਫਲਾਈਟ ਹੈਗੀ ਹੈ ਦਿੱਲੀ ਦੀ ਤਾਂ ਉਹਨਾਂ ਨੂੰ ਰਸਤਾ ਦਿੱਤਾ ਜਾਵੇ। ਤੇ ਨਾਲ ਹੀ ਮਤਲਬ ਜਿਹੜੀਆਂ ਆਰਮੀ ਦੀਆਂ, ਪੁਲਿਸ ਦੀਆਂ ਜਾਂ ਪ੍ਰੈਸ ਵਾਲੇ ਨੇ ਇੰਸਟਰਕਸ਼ਨ ਖਾਸ ਨੇ ਵੀ ਉਹਨਾਂ ਨੂੰ ਪੂਰਾ ਰਾਹ ਦਿੱਤਾ ਜਾਵੇ, ਕਿਉਂਕਿ ਪ੍ਰੈਸ ਕਵਰੇਜ ਵੀ ਹੋਊਗੀ ਤੇ ਪੁਲਿਸ ਤੇ ਆਰਮੀ ਸਾਡੀ ਸੁਰੱਖਿਆ ਵਾਸਤੇ ਆ ਤੇ ਜੇ ਉਹਨਾਂ ਨੂੰ ਪੂਰਾ ਨਿਕਲ ਦੇ ਰਿਹਾ ਤੇ ਮੈਨੂੰ ਇਹ ਲੱਗ ਰਿਹਾ ਵੀ ਹੁਣ ਬੰਦ ਕਰਨ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਇਹ ਐਨ ਅਨੁਸ਼ਾਸਨ ਦਿਖੂਗਾ। ਤੁਸੀਂ ਸ਼ਾਮ ਤੱਕ ਦੇਖੋਗੇ 4 ਵਜੇ ਪੂਰਾ ਅਨੁਸ਼ਾਸਨ ਨਾਲ ਚੱਲੂਗਾ ਇਹ ਪੂਰਾ ਤੇ ਇਹਦੇ ਵਾਸਤੇ ਟੀਮਾਂ ਵੀ ਲਾਈਆਂ ਸੀ ਐਸਕੇਐਮ ਨੇ, ਅਸੀਂ ਬਾਰ-ਬਾਰ ਸਾਰੇ ਹਰ ਜਗ੍ਹਾ ਚੈੱਕ ਕਰ ਰਹੇ ਹਾਂ ਤੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹਨੂੰ ਸੁਣਦੇ ਵੀ ਹਾਂ। ਕਾਲੀਆ ਸਾਹਿਬ, ਜਦੋਂ ਵੀ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਨੇ, ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਕਿਉਂਕਿ ਜਿਹੜਾ ਦੂਸਰਾ ਪੱਖ ਹੁੰਦਾ ਉਸ ਨੂੰ ਵੀ ਨਾਲ ਜੋੜਨਾ ਜ਼ਰੂਰੀ ਹੋ ਜਾਂਦਾ ਔਰ ਉਹਨਾਂ ਦਾ ਵੀ ਜਿਹੜਾ ਵਿਊ ਪੁਆਇੰਟ ਹੈ ਪ੍ਰਤੀਕਰਮ ਲੈਣਾ ਲਾਜ਼ਮੀ ਹੋ ਜਾਂਦਾ। ਸਾਡੇ ਨਾਲ ਹਰਜੀਤ ਗਰੇਵਾਲ ਵੀ ਜੁੜ ਗਏ ਨੇ ਬੀਜੇਪੀ ਤੋਂ, ਉਹਨਾਂ ਦਾ ਵੀ ਇੱਕ ਪ੍ਰਤੀਕਰਮ ਲੈਣੇ ਆ। ਤੁਸੀਂ ਬਣੇ ਰਹਿਣਾ ਫੋਨ ਲਾਈਨ ਤੇ, 1-2 ਸਵਾਲ ਨੇ ਮੇਰੇ ਛੋਟੇ। ਗਰੇਵਾਲ ਸਾਹਿਬ, ਤੁਸੀਂ ਇਸ ਬੰਦ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਹੋ? ਔਰ ਮੇਰਾ ਬੜਾ ਸਿੱਧਾ ਸਵਾਲ ਹੈ ਕਿ ਕਿਉਂ ਵਾਰ-ਵਾਰ ਇੱਕੋ ਚੀਜ਼ ਲਈ ਕਿਉਂ ਵਾਰ-ਵਾਰ ਐਡੇ ਵੱਡੇ ਪ੍ਰੋਗਰਾਮ ਉਲੀਕਣੇ ਪੈਂਦੇ ਨੇ? ਕਿਉਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ? ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਜੀ ਸਰ ਕਿ ਇਹ ਜਿਹੜਾ ਬੰਦ ਆ ਇਹ ਕਿਸ ਕੰਮ ਲਈ ਹੈ? ਬਿੱਲ ਜਿਹੜੇ ਸਰਕਾਰ ਨੇ ਬਣਾਏ ਨੇ ਉਹਨਾਂ ਨੂੰ ਵਾਪਸ ਲੈਣ ਲਈ, ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ, ਜਿੰਨਾ ਕੁ ਆਪਾਂ ਸਮਝ ਸਕਦੇ ਹਾਂ ਇਸ ਚੀਜ਼ ਨੂੰ। ਮੈਂ ਮੰਨ ਗਿਆ, ਤੁਹਾਡੀ ਗੱਲ ਮੰਨ ਗਿਆ ਜੀ, ਇਸੇ ਕਰਕੇ ਆ ਜੀ। ਤੇ ਪਹਿਲੀ ਗੱਲ ਤਾਂ ਇਹ ਕਾਨੂੰਨ ਲਾਗੂ ਨਹੀਂ ਹੈ, ਇਹ ਹੋਲਡ ਤੇ ਨੇ। ਜਿਹੜੀ ਚੀਜ਼ ਲਾਗੂ ਹੀ ਨਹੀਂ ਕੀਤੀ ਸਰਕਾਰ ਨੇ, ਜਿਹੜੀ ਸੁਪਰੀਮ ਕੋਰਟ ਨੇ ਹੋਲਡ ਤੇ ਪਾਤੀ, ਉਹਦੇ ਲਈ ਅੰਦੋਲਨ ਕਾਹਦਾ ਜੀ? ਉਹ ਤਾਂ ਅੱਛਾ ਕੁਝ ਲੋਕ, ਮੈਂ ਕਹਿੰਦਾ ਟੀਵੀ ਚੈਨਲਾਂ ਤੇ ਹੁਣੇ ਸੁਣ ਰਿਹਾ ਸੀ, ਸਾਡੀਆਂ ਨਸਲਾਂ ਤੇ ਫਸਲਾਂ ਤਬਾਹ ਕਰਤੀਆਂ ਇਹਨਾਂ ਕਾਨੂੰਨਾਂ ਨੇ। ਮੈਂ ਦਿਲ ਚ ਕਿਹਾ ਇਹਨਾਂ ਨੂੰ ਦੱਸੋ ਤਾਂ ਸਹੀ ਕਿ ਇਹ ਤਾਂ ਕਾਨੂੰਨ ਲਾਗੂ ਹੀ ਨਹੀਂ ਹੈ। ਇਹਦਾ ਮਤਲਬ ਕੀ ਹੈ ਕਿ ਕਿਸਾਨ ਲੀਡਰ ਗੁੰਮਰਾਹ ਕਰਕੇ ਇੱਕ ਅੰਦੋਲਨ ਲਈ ਅੰਦੋਲਨ ਕਰ ਰਹੇ ਆ। ਅੱਜ ਮੇਰੀ ਗੱਲ ਤੇ ਸੁਣੋ, ਅੱਜ ਐਗਰੀਕਲਚਰ ਮਿਨਿਸਟਰ ਨੇ ਫੇਰ ਕਿਹਾ ਕਿ ਭਾਈ ਆਓ, ਜੋ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਫੇਰ ਕਰ ਲਓ। ਉਹਨਾਂ ਨੇ ਟੀਵੀ ਚੈਨਲਾਂ ਦੇ ਤੁਹਾਡੇ ਤੇ ਕਹਿਤਾ। ਨਹੀਂ, ਪਰ ਗਰੇਵਾਲ ਸਾਹਿਬ ਜੇ ਤੁਸੀਂ ਮੇਰੀ ਇੱਕ ਗੱਲ ਸੁਣ ਲਓ, ਜੇ ਤੁਸੀਂ ਇੰਨੀ ਗੱਲ ਕਹਿ ਰਹੇ ਹੋ ਕਿ ਚਲੋ ਲਾਗੂ ਨਹੀਂ ਹੈ, ਉਹ ਕੋਰਟ ਨੇ ਵੀ ਉਸ ਵੇਲੇ ਰੋਕ ਲਗਾ ਦਿੱਤੀ ਸੀ, ਪਰ ਉਹ ਕਹਿੰਦੇ ਆ ਨਾ ਵੀ ਗੱਲ ਕੱਚੀ ਹੋ ਜਾਂਦੀ ਹੈ, ਕੱਚੀ ਗੱਲ ਹੁੰਦੀ ਹੈ। ਜੇ ਪੱਕੀ ਗੱਲ ਹੋਵੇ, ਤੁਸੀਂ ਪੱਕੀ ਗੱਲ ਕਰਕੇ ਉਹਦਾ ਹੱਲ ਕੱਢ ਦੋ, ਨਾ ਧਰਨਾ ਲਾਉਣਾ ਪਵੇ ਨਾ ਬਹਿਣਾ ਪਵੇ। ਅਰੇ ਭਾਈ, ਜੇ ਗੱਲ ਸੁਣੋ, ਜੇ ਇਹ ਹੱਲ ਕੱਢਣਾ ਚਾਹਣ ਤੇ ਸਰਕਾਰ ਹੱਲ ਕੱਢਣ ਲਈ ਤਿਆਰ ਆ। ਇਹ ਤਾਂ ਜਿੱਦ ਤੇ ਅੜੇ ਹੋਏ ਆ ਬਿਨਾਂ ਹੀ ਗੱਲਬਾਤ ਤੋਂ। ਔਰ ਇਹ ਅਸਲ ਚ ਅੰਦੋਲਨ 5-7 ਲੀਡਰ ਨੇ ਜਿਨ੍ਹਾਂ ਨੇ ਪ੍ਰਭਾਵਿਤ ਕਰਤਾ। ਉਹਨਾਂ ਚ ਜੋਗਿੰਦਰ ਯਾਦਵ ਆ ਤੇ ਇਹ ਸਾਰੇ ਲੋਕ ਜਿਹੜੇ ਆ ਨਾ, ਇਹ ਕਿਸਾਨ ਦੇ ਹਿੱਤ ਦੀ ਗੱਲ ਨਹੀਂ ਕਰ ਰਹੇ, ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰ ਰਹੇ, ਦੇਸ਼ ਦੇ ਹਿੱਤ ਦੀ ਗੱਲ ਨਹੀਂ ਕਰ ਰਹੇ। ਚਲੋ ਮੈਂ ਇਹਦਾ ਜਵਾਬ ਕਾਦੀਆਂ ਸਾਹਿਬ ਮੈਂ ਤੁਹਾਡੇ ਤੋਂ ਚਾਹੂੰਗਾ, ਜਿਹੜੀ ਗੱਲ ਗਰੇਵਾਲ ਸਾਹਿਬ ਕਰ ਰਹੇ ਨੇ ਉਸ ਦਾ ਜਵਾਬ। ਦੇਖੋ, ਜਿਹੜੇ ਗਰੇਵਾਲ ਸਾਹਿਬ ਕਹਿੰਦੇ ਆ ਵੀ ਕਾਨੂੰਨ ਹੋਲਡ ਤੇ ਨੇ, ਪਹਿਲਾਂ ਤਾਂ ਉਹ ਜਵਾਬ ਆ ਵੀ ਹੋਲਡ ਤੇ ਜ਼ਰੂਰ ਨੇ, ਇਹ ਕੋਈ ਸ਼ੱਕ ਨਹੀਂ ਹੈ। ਕਈ ਵਾਰੀ ਸਾਡੀ ਇਹਨਾਂ ਨਾਲ ਡਿਬੇਟ ਹੋ ਚੁੱਕੀ ਆ ਵੀ ਹੋਲਡ ਤੇ ਆ। ਗੱਲ ਕਾਨੂੰਨ ਹੋਲਡ ਤੇ ਕਰਨ ਦੀ ਨਹੀਂ, ਗੱਲ ਰਿਪੀਲ ਕਰਨ ਦੀ ਆ। ਜਦੋਂ ਆਰਡੀਨੈਂਸ ਆਇਆ ਸੀ, ਅਸੀਂ ਜ਼ਿਆਦਾ ਇਹਦਾ ਵਿਰੋਧ ਕਰ ਰਹੇ ਹਾਂ ਤੇ 25 ਤਰੀਕ 1 ਸਾਲ ਪੂਰਾ ਹੋ ਗਿਆ। ਅੱਜ 2 ਦਿਨ ਉੱਪਰ 27 ਤਰੀਕ ਹੋ ਗਈ। 25 ਤਰੀਕ ਨੂੰ ਬੰਦ ਰੱਖਿਆ ਗਿਆ ਸੀ ਪੰਜਾਬ, ਅੱਜ 27 ਤਰੀਕ ਨੂੰ ਅਸੀਂ ਭਾਰਤ ਬੰਦ ਕਰਨ ਤੱਕ ਪਹੁੰਚ ਗਏ। ਸੰਯੁਕਤ ਮੋਰਚਾ ਜਿਹੜੇ 32 ਜਥੇਬੰਦੀਆਂ ਨੂੰ ਜੁੜ ਕੇ 25 ਤਰੀਕ ਦਾ ਬੰਦ ਰੱਖਿਆ ਸੀ, 1 ਸਾਲ ਪੂਰਾ ਹੋ ਗਿਆ ਉਹਨੂੰ, ਤੇ ਉਸ ਤੇ ਇੱਕੋ ਲੜਾਈ ਤੇ ਗੱਲ ਕਰ ਰਹੇ ਆ। ਤੇ ਜਿਹੜੀ ਗੱਲ ਕਹਿੰਦੇ ਟੇਬਲ ਟਾਕ ਲਈ, ਇਹਨਾਂ ਦੇ ਮੰਤਰੀ ਜੀ ਨੇ ਕਿਹਾ, ਖੇਤੀਬਾੜੀ ਮੰਤਰੀ ਜੀ ਨੇ, ਮੇਰੇ ਨਾਲ ਗਰੇਵਾਲ ਸਾਹਿਬ ਕਈ ਡਿਬੇਟ ਤੇ ਵਾਅਦਾ ਕਰ ਚੁੱਕੇ ਆ ਵੀ ਗੱਲਬਾਤ ਕਰਨ ਨੂੰ, ਜੇ ਟੇਬਲ ਤੇ ਤਿਆਰ ਹੋ ਤਾਂ ਮੈਂ ਗੱਲਬਾਤ ਕਰਾ ਦਿੰਦਾ। ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਤੇ ਇਹ ਭੱਜ ਰਹੇ ਆ। ਐਤਕੀ ਜਥੇਬੰਦੀਆਂ ਨੇ ਟੇਬਲ ਟਾਕ ਤੋਂ ਭੱਜ ਰਹੀਆਂ, ਟੇਬਲ ਟਾਕ ਤੋਂ ਹਾਰੇ ਹੋਏ ਨੇ 11 ਦੌਰ ਦੀ ਮੀਟਿੰਗਾਂ ਦੇ ਵਿੱਚ। ਅੱਜ ਇਹ ਭੱਜ ਰਹੇ ਨੇ, ਇੱਕ ਮੀਟਿੰਗ ਨਹੀਂ ਬੁਲਾਈ 22 ਜਨਵਰੀ ਤੋਂ ਬਾਅਦ। ਤਾਂ ਇਹ ਆਪਣੀ ਲੋਕਤੰਤਰ ਨੂੰ ਇਹ ਮਾਰ ਰਹੇ ਨੇ। ਇਹ ਲੋਕ ਕਹਿੰਦੇ ਵੀ ਕਿਸਾਨ ਜੋ ਯੂਨੀਅਨ ਵਾਲੇ ਬਖਲਾ ਰਹੇ ਆ। ਤੁਸੀਂ ਦੱਸੋ ਕਦੋਂ ਟੇਬਲ ਤੇ ਆਏ ਹੋ, ਕਦੋਂ ਟੇਬਲ ਤੇ ਟਾਕ ਕੀਤੀ ਆ? 11 ਦੌਰਾਂ ਤੋਂ ਬਾਅਦ ਤੁਸੀਂ ਜਿਹੜੀ ਭੱਜ ਗਏ, ਉਸ ਤੋਂ ਬਾਅਦ ਤੁਸੀਂ ਆਏ ਸੀ ਫਰੀਜ਼ ਕਰਨ ਤੇ 1.5 ਸਾਲ ਲਈ। ਤੁਸੀਂ ਅਸੀਂ ਕਿਹਾ ਵੀ ਫਰੀਜ਼ ਨਹੀਂ ਕਰਾਉਣਾ, ਇਹਨੂੰ ਰਿਪੀਲ ਕਰਾਉਣਾ। ਇਸ ਕਿਹੜੀ ਮਾੜੀ ਗੱਲ ਆ ਗਰੇਵਾਲ ਸਾਹਿਬ? ਜਿਹੜੀ ਅਗਲੀਆਂ MSP ਨਾ ਰਹੂਗੀ ਤਾਂ ਬਿਹਾਰ 'ਚ ਕਿਵੇਂ ਤੁਸੀਂ ਫਾਰਮਿੰਗ ਕਰਦੇ ਆ?
ਤਾਮਿਲਨਾਡੂ ਜਵਾਬ ਦੇ ਦਿਓ ਗਰੇਵਾਲ ਸਾਹਿਬ। ਬਾਕੀ ਸਟੇਟ ਕੀ ਹਾਲ ਆ? ਪਹਿਲੀ ਗੱਲ ਤਾਂ ਮੰਤਰੀ ਜੀ ਨੇ ਅੱਜ ਐਗਰੀਕਲਚਰ ਮਿਨਿਸਟਰ ਨੇ ਸਿੱਧਾ ਕਿਹਾ, ਪਹਿਲਾਂ ਵੀ ਕਿਹਾ ਕਿ MSP ਜਾਰੀ ਰਹੂਗੀ। MSP ਜਦ ਇਹ ਸਰਕਾਰ ਦਾ ਕਹਿਣਾ ਤੇ ਲਿਖਤ ਚ ਲੈ ਲਓ ਉਹਨਾਂ ਕੋਲੋਂ ਕਿ MSP ਜਾਰੀ ਰਹੇਗੀ। ਤੇ ਦੂਸਰੀ ਗੱਲ ਜਿਹੜੀ ਆ ਕਾਨੂੰਨਾਂ ਦੇ ਬਾਰੇ ਚ, ਇਹ ਜਿੱਦ ਨਾਲ ਕਦੇ ਕੋਈ ਗੱਲ ਨਹੀਂ ਹੋਇਆ ਕਰਦੀ। ਕਾਨੂੰਨਾਂ 'ਚ ਜੋ ਗਲਤ ਹੈਗਾ ਉਹ ਸਰਕਾਰ ਕਰਨ ਨੂੰ ਤਿਆਰ ਆ, ਤੁਹਾਡੀਆਂ ਗੱਲਾਂ ਮੰਨਣ ਨੂੰ, ਤੇ ਸਾਰੀਆਂ ਮੰਨੀਆਂ ਵੀ ਨੇ। ਤੇ ਇਹ ਜਿੱਦ ਨਾਲ ਕਦੇ ਕੋਈ ਹੱਲ ਹੋਇਆ ਤੇ ਫਿਰ ਮੈਂ ਸਮਝਦਾ ਕਿ ਸਰਕਾਰ ਸਾਹਿਬ ਤੁਹਾਡੇ ਨਾਲ ਇਹੀ ਗੱਲ ਹੋਈ ਸੀ ਵੀ ਨਾ ਤੁਹਾਡੀ ਸ਼ਰਤ ਨਾ ਸਾਡੀ ਸ਼ਰਤ, ਤੁਸੀਂ ਬਿਠਾਓ ਤਾਂ ਸਹੀ। ਤੁਸੀਂ ਤਾਂ ਬੈਠੋ ਨਹੀਂ ਭੱਜ ਗਏ, ਲੋਕਤੰਤਰ ਦੀ ਆਵਾਜ਼ ਤੋਂ ਹੀ ਭੱਜ ਗਏ। ਇੰਨੀ ਦੇਰ ਅੰਦੋਲਨ ਚੱਲ ਰਿਹਾ, ਅੱਜ ਕਿਸਾਨ ਸੜਕਾਂ ਤੇ ਬੈਠੇ ਨੇ। ਕੀ ਤੁਸੀਂ ਕਹਿੰਦੇ ਵੀ ਕਿਸਾਨ ਨਹੀਂ ਹੈ? ਕਿਹੜੀ ਲੈਂਗੁਏਜ ਵਰਤ ਰਹੇ ਆਪਾਂ? ਸਾਫ਼ ਸੁਥਰੀ ਲੈਂਗੁਏਜ ਵਰਤੀ ਹੈ। ਜਿਹੜਾ ਮਸਲਾ ਟੇਬਲ ਟਾਕ ਤੇ ਬੈਠ ਕੇ ਹੱਲ ਹੋ ਸਕਦਾ ਸੀ, ਇਹਨਾਂ ਨੇ ਹੋਰ ਵਧਾਇਆ। ਸਗੋਂ ਅੰਦੋਲਨ ਵੱਡਾ ਲੈ ਕੇ ਜਾਣ 'ਚ ਵੱਡਾ ਜਿਹੜਾ ਕੰਮ ਆ ਉਹ ਸਰਕਾਰ ਦਾ ਵਾ। ਜਦੋਂ ਲੋਕਤੰਤਰ ਦੀ ਆਵਾਜ਼ ਨਹੀਂ ਸੁਣੀ ਗਈ ਤਾਂ ਇਹ ਵਧ ਰਿਹਾ। ਇਹ ਕਾਦੀਆਂ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਇੱਥੋਂ ਹੀ ਫੋਨ ਮਾਰੋ ਐਗਰੀਕਲਚਰ ਮਿਨਿਸਟਰ ਨੂੰ ਕਿ ਵੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਸਾਡੀ ਜਿੱਦ ਨਹੀਂ ਹੈ ਕਿਸੇ ਗੱਲ ਦੀ, ਨਾ ਤੁਹਾਡੀ ਜਿੱਦ ਆ, ਤੇ ਆਪਾਂ ਇਹ ਗੱਲ ਨੂੰ ਖਤਮ ਕਰੀਏ। ਗਰੇਵਾਲ ਸਾਹਿਬ, ਜਿਹੜੀ ਇੱਕ ਗੱਲ ਹੈ, ਮੈਂ ਜਿਹੜੀ ਇੱਕ ਗੱਲ ਕਾਦੀਆਂ ਸਾਹਿਬ ਦੀ ਗੱਲ ਤੋਂ ਸਮਝਿਆ, ਮੇਰਾ ਤੁਹਾਡੇ ਤੋਂ ਵੀ ਇਹੀ ਸਵਾਲ ਹੈ ਤੇ ਕਾਦੀਆਂ ਸਾਹਿਬ ਤੋਂ ਵੀ ਹੈ, ਦੋਨਾਂ ਤੋਂ ਸਾਂਝਾ ਇਹੀ ਹੈ ਵੀ ਬਿਨਾਂ ਸ਼ਰਤ ਮੀਟਿੰਗ ਨਹੀਂ ਹੋ ਸਕਦੀ ਕਿ ਨਾ ਕਿਸਾਨਾਂ ਦੀ ਕੋਈ ਸ਼ਰਤ ਨਹੀਂ। ਬਿਲਕੁਲ, ਉਹ ਤਾਂ ਕਹੀ ਜਾਂਦੇ ਇੱਕ ਮਿੰਟ ਜੋ ਜੇ ਕਾਦੀਆਂ ਸਾਹਿਬ ਜੋ ਗੱਲ ਕਹਿੰਦੇ ਆ ਨਾ ਕਿ ਕੋਈ ਕਾਦੀਆਂ ਸਾਹਿਬ ਉਹਨਾਂ ਕਿਸਾਨ ਲੀਡਰਾਂ ਚੋਂ ਨੇ ਜਿਹੜੇ ਕਿਸਾਨ ਦੇ ਹਿੱਤ ਦੀ ਗੱਲ ਕਰਦੇ ਆ, ਨਾ ਕਿ ਆਪਦੀ ਕੋਈ ਜਿੱਦ ਜਾਂ ਆਪਦੀ ਕੋਈ ਵਿਚਾਰਧਾਰਾ, ਰਾਜਨੀਤਿਕ ਵਿਚਾਰਧਾਰਾ ਪੂਰਨ ਲਈ ਕਰਦੇ ਆ। ਬਾਕੀ ਜਿਹੜੇ ਲੀਡਰ ਨੇ, ਜੇ ਸੰਯੁਕਤ ਕਿਸਾਨ ਮੋਰਚਾ ਟੋਟਲ ਮੀਟਿੰਗ ਕਰਕੇ ਇਹ ਪ੍ਰੈਸ ਕਾਨਫਰੰਸ ਕਰਕੇ ਕਹੇ ਕਿ ਅਸੀਂ ਬਿਨਾਂ ਕਾਨੂੰਨ ਰੱਦ ਕਰਨ ਦੀ ਜਿੱਦ ਛੱਡੇ, ਸਰਕਾਰ ਵੀ ਆਪਣੀ ਜਿੱਦ ਛੱਡੇ, ਅਸੀਂ ਗੱਲ ਕਰਨ ਨੂੰ ਤਿਆਰ ਆ ਜਾਂਦੀ ਹੈ ਨਾ ਗਰੇਵਾਲ ਸਾਹਿਬ। ਜੇ ਸੱਦਾ ਆ ਜਾਊਗਾ, ਤੁਸੀਂ ਮੇਰੀ ਇੱਕ ਗੱਲ ਸੁਣੋ। ਚਾਹੁੰਦੇ ਆ ਜੀ, ਸਾਡੇ ਜਥੇਬੰਦੀਆਂ ਇਕੱਠੀਆਂ ਹੋਈਆਂ, ਇੱਕ ਫੈਸਲਾ ਲੈਣੇ ਆ। ਮੈਂ ਯੂਥ ਮੋਰਚੇ ਵੱਲੋਂ ਇੱਕ ਤਰ੍ਹਾਂ ਤੁਹਾਨੂੰ ਰਿਪਰੈਜ਼ੈਂਟ ਕਰਕੇ ਹੀ ਦੱਸ ਰਿਹਾ। ਇਸ ਵੇਲੇ ਗਰੇਵਾਲ ਸਾਹਿਬ ਦੋ ਗੱਲਾਂ ਨੇ ਜਿਨ੍ਹਾਂ ਕਰਕੇ ਮੀਟਿੰਗ ਨਹੀਂ ਹੋ ਪਾ ਰਹੀ। ਅਸੀਂ ਵੀ ਬਹੁਤ ਇਸ ਤੇ ਚਰਚਾਵਾਂ ਵੀ ਕਰ ਲੀਆਂ, ਡਿਬੇਟਸ ਵੀ ਕਰ ਲੀਆਂ, ਮੀਟਿੰਗਸ ਵੀ ਕਰ ਲੀਆਂ। ਦੋ ਗੱਲਾਂ ਕਰਕੇ ਮੀਟਿੰਗ ਨਹੀਂ ਹੋ ਪਾ ਰਹੀ। ਤੁਸੀਂ ਕਹਿੰਦੇ ਹੋ ਕਿ ਕਿਸਾਨ ਪਹਿਲਾਂ ਇਹ ਕਹਿਣ ਕਿ ਅਸੀਂ ਰੱਦ ਦੀ ਮੰਗ ਛੱਡਦੇ ਆਂ, ਫਿਰ ਮੀਟਿੰਗ ਲਈ ਆ ਜਾਣ। ਉਧਰੋਂ ਤਾਂ ਇਸ ਕਰਕੇ ਮੀਟਿੰਗ ਨਹੀਂ ਹੋ ਪਾ ਰਹੀ। ਕਿਸਾਨ ਕਹਿ ਰਹੇ ਨੇ ਕਿ ਸਰਕਾਰ ਇਹ ਕਵੇ ਕਿ ਅਸੀਂ ਰੱਦ ਨਹੀਂ ਕਰਨੇ, ਹੋਰ ਕਿਸੇ ਗੱਲ ਲਈ ਮਰਜ਼ੀ ਆ ਜਾਓ। ਇਸ ਕਰਕੇ ਇਧਰੋਂ ਵੀ ਮੀਟਿੰਗ ਦਾ ਕੋਈ ਆਪਸ਼ਨ ਨਹੀਂ ਬਣ ਪਾ ਰਹੀ। ਸੋ ਮੈਂ ਜਿਹੜਾ ਸਵਾਲ ਪੁੱਛ ਰਿਹਾ ਵੀ ਜੇ ਦੋਨੇ ਧਿਰਾਂ ਇਹ ਕਹਿਣ ਕਿ ਕਿਸੇ ਦੀ ਕੋਈ ਸ਼ਰਤ ਨਹੀਂ, ਕੋਈ ਮੰਗ ਨਹੀਂ, ਆਪਾਂ ਇੱਕ ਵਾਰੀ ਫਿਰ ਬੈਠਦੇ ਆਂ ਤੇ ਫਿਰ ਆਪਾਂ ਚਰਚਾ ਕਰਦੇ ਆਂ। ਜੇ ਪਹਿਲਾਂ 11 ਮੀਟਿੰਗਾਂ ਹੋ ਗਈਆਂ ਤੇ ਫਿਰ 9 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, ਕੀ ਆਪਾਂ ਇੱਕ ਮੀਟਿੰਗ ਹੋਰ ਨਹੀਂ ਕਰ ਸਕਦੇ? ਇਸ ਤਰ੍ਹਾਂ ਪਹਿਲੀ ਗੱਲ ਤਾਂ ਇਹ ਹੈ ਕਿ 40 ਬੰਦਿਆਂ 'ਚ ਕਦੇ ਗੱਲ ਨਿਪਟੀ ਨਹੀਂ ਹੈ। ਜੇ ਇਹ 5-7 ਬੰਦਿਆਂ ਦੀ ਕੋਈ ਕਮੇਟੀ ਬਣਾ ਦੇਣ, ਜਿਸ ਤਰ੍ਹਾਂ ਅਮਿਤ ਸ਼ਾਹ ਜੀ ਨਾਲ ਬੈਠੇ ਸੀ, ਇਹ 2 ਦਿਨ 'ਚ ਬੈਠ ਲੈਣਗੇ, ਗੱਲ ਖਤਮ ਹੋ ਜੂਗੀ ਇਹਨਾਂ ਦੀ, ਮੈਨੂੰ ਵੀ ਪਤਾ। ਪਰ ਗੱਲ ਖਤਮ ਤਾਂ ਕਰਨ, ਅਸੀਂ ਤਾਂ ਖੁਦ ਚਾਹੁੰਦੇ ਹਾਂ ਖਤਮ ਕਰਨੀ, ਇਹੀ ਜੀ ਕੋਈ ਗੱਲ ਨਹੀਂ ਹੈ। ਸਰਕਾਰ ਜਿਹੜੀ ਹੈ ਕੋਈ 400 ਜਥੇਬੰਦੀਆਂ ਸੰਯੁਕਤ ਤੌਰ ਤੇ ਇਕੱਠੀਆਂ ਹੋਈਆਂ, ਉਹਨਾਂ ਨੇ ਰਿਪਰੈਜ਼ੈਂਟ ਆਪਣੇ 40 ਦਿੱਤੇ ਆ। ਇਸ ਤੋਂ ਥੱਲੇ ਨੰਬਰ ਨਹੀਂ ਆ ਸਕਦਾ ਸੀ, ਸਾਡੀ ਵੀ ਮਜਬੂਰੀ ਸੀ। ਸਰਕਾਰ ਨੇ ਵੀ ਉਹ ਗੱਲ ਮੰਨੀ ਤੇ 40 ਬੰਦਿਆਂ ਦੀ ਮੀਟਿੰਗ ਪਹਿਲੀ ਵਾਰ ਹੋਈ ਆ ਵੀ 40 ਬੰਦਿਆਂ ਦੇ ਵਿੱਚ ਆਪਾਂ ਹਾਈ ਲੈਵਲ ਮੀਟਿੰਗ ਕੀਤੀ ਹੈ। ਤੇ ਹਾਈ ਲੈਵਲ ਮੀਟਿੰਗ ਦੇ ਵਿੱਚ ਮੈਂ ਕਲੀਅਰ ਕਰਨਾ ਚਾਹੁੰਦਾ, ਟੀਵੀ ਦੇ ਵਿੱਚ ਇੱਕ ਨੁਮਾਇੰਦਾ ਸਾਡਾ ਬੋਲਦਾ, ਦੂਜੇ ਨੁਮਾਇੰਦਾ ਜੇ ਗੱਲ ਆਉਂਦੀ ਵੀ ਆ ਤਾਂ ਉਹਨੂੰ ਜਾ ਕੇ ਲਿਖਤੀ ਰੂਪ 'ਚ ਦਿੰਦਾ। ਅਸੀਂ ਇੱਕ ਸਪੋਕਸਮੈਨ ਲੈ ਕੇ ਜਾਂਦੇ ਹਾਂ, ਇਕੱਲਾ ਇੱਕ ਸਪੋਕਸਮੈਨ ਗੱਲ ਕਰਦਾ। ਇੱਕ ਸਪੋਕਸਮੈਨ ਨਾਲ ਗੱਲ ਕਰਨੀ 3-4 ਮੰਤਰੀਆਂ ਦੀ ਕੋਈ ਵੱਡੀ ਗੱਲ ਨਹੀਂ। ਚਲੋ 2-3 ਵੀ ਬੋਲਦੇ ਹੋਣਗੇ ਤਾਂ ਵੀ ਕਾਦੀਆਂ ਸਾਹਿਬ ਉਸ 'ਚ ਕੀ ਪ੍ਰੋਬਲਮ ਹੈ? ਜੇ 2-3-4 ਜਣੇ ਵੀ ਆਪਣੀ ਗੱਲ ਰੱਖ ਲੈਣਗੇ, ਪ੍ਰੋਬਲਮ ਤੇ ਤਾਂ ਵੀ ਕੋਈ ਨਹੀਂ ਹੈ। ਗੱਲ ਤੇ ਗੱਲ ਨੂੰ ਸਿਰੇ ਲਾਉਣ ਦੀ ਹੈ। ਬਿਲਕੁਲ, ਪਰ ਕਾਦੀਆਂ ਸਾਹਿਬ ਆ ਵੀ ਸਮਝੋ ਦੇਸ਼ ਦਾ ਤੇ ਸੂਬੇ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ, ਇਸ ਨੂੰ ਵੀ ਸਮਝੋ। ਮੈਂ ਤਾਂ ਗਰੇਵਾਲ ਸਾਹਿਬ ਕਹਿੰਦਾ ਵੀ ਬਿਲਕੁਲ ਤੁਹਾਡੀ ਗੱਲ ਸੱਚ ਆ ਵੀ ਨੁਕਸਾਨ ਹੋ ਰਿਹਾ। ਸਰਕਾਰ ਨੂੰ ਵੀ ਸੋਚਣਾ ਚਾਹੀਦਾ। ਸਾਰਾ ਸੋਚਣ ਦਾ ਪੱਖ ਜਥੇਬੰਦੀਆਂ ਦਾ ਨਹੀਂ ਹੁੰਦਾ। ਸਰਕਾਰ ਨੇ ਸਰਕਾਰ ਚਲਾਉਣੀ ਹੈ, ਸਰਕਾਰ ਨੇ ਹਰ ਵਰਗ ਦਾ ਧਿਆਨ ਰੱਖਣਾ। ਉਹ ਜਿੱਦਾਂ ਹਰ ਵਰਗ ਦਾ ਧਿਆਨ ਰੱਖਦੀ, ਇੱਦਾਂ ਹੀ ਕਿਸਾਨੀ ਵਰਗ ਦਾ ਧਿਆਨ ਰੱਖੇ, ਇਕਨੋਮੀ ਦਾ ਧਿਆਨ ਰੱਖੇ। ਜਿਹੜੇ ਹਾਲਾਤ ਸਹੀ ਗੱਲ ਹੈ, ਕਿਸੇ ਗੱਲ ਵਿੱਚ ਸਹੀ ਗੱਲ ਹੈ। ਦੋਨੇ ਪਾਸਿਓਂ ਐਫਰਟ ਕੀਤੇ ਜਾਣੇ ਜ਼ਰੂਰੀ ਹੈ। ਹਾਂਜੀ ਗਰੇਵਾਲ ਸਾਹਿਬ, ਦੋਨੇ ਪਾਸਿਓਂ ਐਫਰਟ ਕੀਤੇ ਜਾਣ ਦੀ ਜ਼ਰੂਰਤ ਹੈ, ਕਿਉਂਕਿ ਜਿੰਨਾ ਲੰਬਾ, ਮੇਰੀ ਗੱਲ ਸੁਣੋ, ਜਿੰਨਾ ਲੰਬਾ ਅੰਦੋਲਨ ਚੱਲਦਾ ਹੈ, ਫਿਰ ਲੰਮੇ ਅੰਦੋਲਨ ਦੇ ਵਿੱਚ ਬਿਆਨਬਾਜ਼ੀਆਂ ਹੁੰਦੀਆਂ ਤਾਂ ਉਹਦੇ 'ਚ ਤਲਖੀ ਭਰੇ ਲਫ਼ਜ਼ ਆਉਂਦੇ ਆ, ਤਲਖੀ ਭਰੇ ਲਫ਼ਜ਼ ਆਉਂਦੇ ਆ ਤਾਂ ਤਲਖੀ ਹੋਰ ਵੱਧ ਜਾਂਦੀ ਹੈ। ਫਿਰ ਉਹਨੂੰ ਚਾਹੇ ਤੁਸੀਂ ਜਿੱਦ ਦਾ ਨਾਮ ਦੇ ਲਓ, ਚਾਹੇ ਕੁਝ ਵੀ ਦੇ ਲਓ, ਕਿਉਂਕਿ ਜਦੋਂ ਲੰਬਾ ਚੱਲਦਾ ਤਾਂ ਫਿਰ ਉਹਦੇ ਵਿੱਚ ਕਲੈਸ਼ ਜਿਹੜਾ ਹੈ ਉਹ ਆਪਸ ਦੇ ਵਿੱਚ
ਅੱਗੇ ਦੀ ਅੱਗੇ ਜਾਂ ਕਹੀਏ ਆਪਾਂ ਜਿਹੜਾ ਦੂਰੀਆਂ ਨੇ ਆਪਸ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਕਿ ਮੁੜ ਕੇ ਵਾਪਸ ਮੁੜਨਾ ਹੀ ਔਖਾ ਹੋ ਜਾਂਦਾ ਹੈ। ਬਰਾੜ ਸਾਹਿਬ ਇੱਕ ਗੱਲ ਦੱਸਣਾ ਚਾਹੁੰਦਾ ਵੀ ਏਡਾ ਲੰਬਾ ਹੋਣ ਦੇ ਬਾਵਜੂਦ ਇਹ ਸ਼ਾਂਤਮੂਰਤ ਚੱਲ ਰਿਹਾ ਔਰ ਜਿਹੜੀ ਕੌਮ ਸ਼ਾਂਤਮੂਰਤ ਚਲਾ ਰਹੀ ਹੈ ਉਹ ਵੀ ਨੋਟ ਕਰੋ ਨਾ। ਜਿਹੜੇ ਲੋਕ ਨੇ ਜਿਹੜੇ ਸ਼ਾਂਤਮੂਰਤ ਵੀ ਚਲਾ ਰਹੇ ਨੇ ਆਪਣਾ ਦਰਦ ਲੈ ਕੇ ਆਏ ਹੋਏ ਨੇ ਉਹਨਾਂ ਦੀ ਸੁਣਵਾਈ ਕਰ ਲਓ। ਕੀ ਸੁਣਵਾਈ ਕਰਦੀ ਕਾਦੀਆਂ ਸਾਹਿਬ ਦੇਖੋ ਇਹ ਸ਼ਾਂਤ ਨਹੀਂ ਚੱਲ ਰਿਹਾ। ਉੱਥੇ ਜਿੱਥੇ ਬਾਰਡਰ ਤੇ ਦਾੜੀਆਂ ਪੱਟ ਕੇ ਚਾਹੇ ਉਹ ਅਕਾਲੀ ਦਲ ਦੇ ਨੇ ਚਾਹੇ ਉਹ ਕਿਸੇ ਦੇ ਜਿਹੜੀਆਂ ਟੰਗ ਕੇ ਦਿਖਾ ਰਹੇ ਨੇ ਉਹ ਕੋਈ ਚੰਗੀ ਗੱਲ ਆ। ਉਹ ਉਸ ਤਰ੍ਹਾਂ ਦਾ ਕਰਨਾ ਅਸੀਂ ਮਾੜਾ ਅੱਖਰ ਕਹਿੰਦੇ ਆ ਜਿੱਥੇ ਕੋਈ ਗਲਤੀ ਹੁੰਦੀ ਆ ਅਸੀਂ ਮੰਨਦੇ ਆ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਆ। ਅੱਜ ਜੇ ਇੰਪਰੂਵ ਕਰਨ ਦੀ ਕੋਸ਼ਿਸ਼ ਨਾ ਹੁੰਦੀ ਅੱਜ ਪਾਰਟੀਆਂ ਸਾਡੇ ਅਲੱਗ-ਅਲੱਗ ਲੀਡਰਸ਼ਿਪ ਨੂੰ ਭੇਜਿਆ ਹੋਇਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਕਿਤੇ ਵੀ ਕੋਈ ਬਾਰਡਰ ਤੇ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ। ਜਿਹੜੇ ਰੂਲਸ ਕੇ ਹੋਏ ਨੇ ਐਂਬੂਲੈਂਸ ਤੇ ਜਾਂ ਆਰਮੀ ਨੇ ਜਾਂ ਨੌਕਰੀ ਦੀ ਕੋਈ ਪੇਪਰ ਦੇਣ ਜਾ ਰਿਹਾ ਜਾਂ 에ਅਰ ਟਿਕਟ ਲਿੱਤੀ ਹੋਈ ਆ ਤੇ ਜਾਂ ਕੋਈ ਗਰਭਵਤੀ ਲੇਡੀ ਆ ਵੀ ਨਾ ਕੋਈ ਇਹੋ ਜਿਹੀ ਗੱਲ ਹੋਵੇ। ਬਿਲਕੁਲ ਅਸੀਂ ਨੁਮਾਇੰਦਾ ਕਰਕੇ ਜਿੱਥੇ ਵੀ ਸਟਾਪ ਲਾਇਆ ਹੋਇਆ ਉੱਥੇ ਹੀ ਆਪਣੇ ਵਲੰਟੀਅਰ ਲਾਏ ਹੋਏ ਆ ਤੇ ਵਲੰਟੀਅਰ ਕੱਲ੍ਹ ਦੇ ਕਾਰਡ ਦਿੱਤੇ ਹੋਏ ਨੇ। ਇਹ ਗੱਲਾਂ ਸਾਡੇ ਨੋਟਿਸ ਹੈਗੀਆਂ। ਮੈਂ ਤੁਹਾਡੀ ਗੱਲ ਮੰਨਦਾ ਜਿੱਥੇ ਏਡਾ ਵੱਡਾ ਅੰਦੋਲਨ ਚੱਲਦਾ ਕੋਈ ਗਲਤੀ ਹੋ ਜਾਂਦੀ ਅਸੀਂ ਮੰਨਦੇ ਵੀ ਆ ਪਰ ਆਪਾਂ ਜਿਹੜੀ ਹੁਣ ਗਲਤੀਆਂ ਕਰਾ ਕੇ ਜਾਂ ਉਹ ਗੱਲਾਂ ਕਰਕੇ ਆਪਾਂ ਅੰਦੋਲਨ ਨੂੰ ਕਹਿ ਦਈਏ ਵੀ ਇਹ ਸ਼ਾਂਤਪੂਰਵਕ ਨਹੀਂ ਆ ਬਹੁਤ ਲੰਬਾ ਸ਼ਾਂਤਪੂਰਵਕ ਤਰੀਕਾ। ਇਹ ਸਰਕਾਰਾਂ ਨਾਲ ਤੁਸੀਂ ਵੀ ਗੱਲ ਕਰੋ ਬਹੁਤ ਵੱਡੇ ਅਹੁਦੇ ਤੇ ਬੈਠੇ ਹੋ। ਅਸੀਂ ਵੀ ਰਿਪਰੈਜ਼ੈਂਟ ਜੇ ਕਰਦੇ ਆ ਤੇ ਕਿਸਾਨੀ ਵੱਲੋਂ ਕਰਦੇ ਆ। ਕਿਸਾਨਾਂ ਦਾ ਦੁੱਖ ਆ ਇਹਦੇ 'ਚ। ਜੇ ਏਡਾ ਵੱਡਾ ਦੁੱਖ ਨਾ ਹੁੰਦਾ ਏਡਾ ਵੱਡਾ ਸਾਥ ਨਾ ਮਿਲਦਾ ਸਾਨੂੰ। ਬਿਲਕੁਲ ਠੀਕ ਗੱਲ ਹੈ ਬਿਲਕੁਲ ਠੀਕ ਗੱਲ ਹੈ ਗਰੇਵਾਲ ਸਾਹਿਬ। ਗੱਲ ਮਸਲਾ ਸੁਲਝਾਉਣ ਦੀ ਗੱਲ ਹੈ ਕਿਉਂਕਿ ਜਿਹੜੇ ਵੱਖ-ਵੱਖ ਵਰਗ ਹੁੰਦੇ ਨੇ ਚਾਹੇ ਕਿਸਾਨ ਹੋਣ ਵਪਾਰੀ ਹੋਣ ਹੋਰ ਕੋਈ ਆਰਥਿਕ ਕਮਜ਼ੋਰ ਵਰਗ ਹੈ ਇਹ ਪਰਿਵਾਰ ਹੁੰਦੇ ਆ ਔਰ ਜਿਹੜੀ ਸਰਕਾਰ ਹੁੰਦੀ ਹੈ ਉਹ ਮੁਖੀ ਹੁੰਦੀ ਹੈ। ਜੇ ਪਰਿਵਾਰ ਦਾ ਸਭ ਤੋਂ ਵੱਡਾ ਮੁਖੀ ਰੁੱਸ ਕੇ ਬਹਿ ਜੇ ਤਾਂ ਫਿਰ ਉਹਨੂੰ ਬਾਕੀ ਕਿਵੇਂ ਮਨਾਉਣਗੇ। ਸੋ ਕਈ ਵਾਰੀ ਵੱਡਾ ਦਿਲ ਜਿਹੜਾ ਦਿਖਾਉਣਾ ਹੁੰਦਾ ਉਹ ਸਰਕਾਰਾਂ ਵਾਲੇ ਪਾਸਿਓਂ ਐਕਸਪੈਕਟ ਕੀਤਾ ਜਾਂਦਾ। ਸੋ ਜੇ ਤੁਸੀਂ ਐਫਰਟ ਕਰੋਗੇ ਤਾਂ ਕਾਦੀਆਂ ਸਾਹਿਬ ਤੇ ਕਹਿ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਖੁੱਲੇ ਦਿਲ ਨਾਲ ਆਉਣਗੀਆਂ। ਘੱਟੋ ਘੱਟ ਇੱਕ ਐਫਰਟ ਤੇ ਕੀਤਾ ਜਾਵੇ ਇਸ ਚੀਜ਼ ਨੂੰ ਸੁਲਝਾਉਣ ਦਾ। ਮੈਂ ਤਾਂ ਜਿਹੜੀ ਗੱਲ ਕਹਿ ਰਿਹਾ ਕਿ ਜਦੋਂ ਕਾਨੂੰਨ ਲਾਗੂ ਨਹੀਂ ਕੋਰਟ ਨਹੀਂ ਕੋਈ ਸਰਕਾਰ ਇਸ ਵੇਲੇ ਲਾਗੂ ਕਰ ਨਹੀਂ ਸਕਦੀ ਕਿਉਂਕਿ ਸੁਪਰੀਮ ਕੋਰਟ ਨੇ ਹੋਲਡ ਤੇ ਪਾਏ ਹੋਏ ਆ। ਸੁਪਰੀਮ ਕੋਰਟ ਨੂੰ ਉਹਦਾ ਆਪਾਂ ਕੋਈ ਸਥਾਈ ਹੱਲ ਤਾਂ ਕੱਢੀਏ ਨਾ ਜੀ। ਉਹ ਐ ਕੱਚੇ ਕੰਮ ਚ ਤਾਂ ਚੱਲ ਸਥਾਈ ਹੱਲ ਤਾਂ ਗੱਲਬਾਤ ਨਾਲ ਹੀ ਨਿਕਲਣਾ ਨਹੀਂ ਜਿੱਦ ਨਾਲ ਨਹੀਂ ਨਿਕਲਣਾ ਕਿ ਵੀ ਇਸ ਦਾ ਕਾਨੂੰਨ ਰਿਪੀਟ ਕਰੋ ਜੀ। ਗਲਤ ਆ ਉਹ ਜਿੱਦ ਛੱਡ ਦੇਣ ਤੇ ਅਸੀਂ ਉਮੀਦ ਰੱਖੀਏ ਗਰੇਵਾਲ ਸਾਹਿਬ ਕਿ ਅਗਲੇ ਦਿਨਾਂ ਦੇ ਵਿੱਚ ਕੋਈ ਐਫਰਟ ਤੁਸੀਂ ਸੰਜੀਦਗੀ ਦੇ ਨਾਲ ਕਰੋਗੇ ਇਸ ਨੂੰ ਹੱਲ ਕਰਨ। ਅਸੀਂ ਤਾਂ ਕਰਦੇ ਹੀ ਰਹਿੰਦੇ ਹਾਂ ਜੀ ਗੱਲਬਾਤ ਕਰਦੇ ਰਹੀਦਾ। ਚਲੋ ਇੱਕ ਵਾਰੀ ਹੋਰ ਕਰ ਲਓ ਫਿਰ ਕਰ ਲਾਂਗੇ ਕੋਈ ਐਸੀ ਗੱਲ। ਚਲੋ ਧੰਨਵਾਦ ਬਹੁਤ ਬਹੁਤ ਕਾਦੀਆਂ ਸਾਹਿਬ ਬਹੁਤ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜੇ ਤੁਸੀਂ ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਸ ਦਾ ਮਕਸਦ ਇਹੀ ਹੈ ਕਿ ਕੇਂਦਰ ਸਰਕਾਰ ਇੱਕ ਵਾਰੀ ਫਿਰ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਵਿਚਾਰੇ। 1 ਸਾਲ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਪ੍ਰਦਰਸ਼ਨ ਕਰਦੇ ਔਰ 1 ਸਾਲ ਬਾਅਦ ਦੁਬਾਰਾ ਇਹ ਜਿਹੜੀ ਕਾਲ ਹੈ ਬੰਦ ਦੀ ਕਾਲ ਅੱਜ ਫਿਰ 1 ਸਾਲ ਪੂਰਾ ਹੋਣ ਤੋਂ ਬਾਅਦ ਦਿੱਤੀ ਗਈ ਹੈ। ਸਮਰਥਨ ਸਾਰੇ ਵਰਗਾਂ ਦਾ ਮਿਲ ਰਿਹਾ ਇਸ ਕਾਲ ਨੂੰ ਬੰਦ ਦੀ ਕਾਲ ਨੂੰ ਪਰ ਨਾਲ ਦੀ ਨਾਲ ਇਹ ਵੀ ਉਮੀਦ ਹੈ ਜਾਂ ਇਹ ਐਕਸਪੈਕਟੇਸ਼ਨ ਹੈ ਸਰਕਾਰਾਂ ਤੋਂ ਇਹ ਤਵੱਕੋ ਹੈ ਕਿ ਜਲਦੀ ਤੋਂ ਜਲਦੀ ਇਸ ਨੂੰ ਗੰਭੀਰਤਾ ਨਾਲ ਸੋਚ ਕੇ ਮਸਲੇ ਨੂੰ ਹੱਲ ਕਰਨਗੀਆਂ ਤਾਂ ਕਿ ਲੋਕ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ ਜਿਹੜੇ ਇਸ ਵੇਲੇ ਦਿੱਲੀ ਦੇ ਬਾਰਡਰਾਂ ਤੇ ਵੀ ਧਰਨੇ ਤੇ ਡਟੇ ਹੋਏ। ਤੇ ਹੁਣ ਬਠਿੰਡਾ ਤੋਂ ਇੱਕ ਖਬਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਬਠਿੰਡਾ ਦੇ ਡੀਐਸਪੀ ਪ੍ਰੋਟੋਕੋਲ ਨੂੰ ਭੁੱਲ ਗਏ ਉਸ ਵੇਲੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਥੇ ਪਹੁੰਚੇ ਸੀ। ਚਰਨਜੀਤ ਸਿੰਘ ਚੰਨੀ ਜਿਸ ਮੰਜੇ ਤੇ ਬੈਠ ਕੇ ਆਪਣੀ ਗੱਲਬਾਤ ਕਰ ਰਹੇ ਸੀ ਉੱਥੇ ਵੱਖ-ਵੱਖ ਕਿਸਾਨਾਂ ਦੇ ਨਾਲ ਜਾਂ ਹੋਰ ਲੋਕਾਂ ਦੇ ਨਾਲ ਤਾਂ ਉਸ ਵੇਲੇ ਬਠਿੰਡਾ ਦੇ ਡੀਐਸਪੀ ਉਸੇ ਮੰਜੇ ਤੇ ਲੱਤ ਰੱਖ ਕੇ ਪੈਰ ਰੱਖ ਕੇ ਖੜੇ ਸੀ। ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ। ਡੀਐਸਪੀ ਗੁਰਜੀਤ ਸਿੰਘ ਰੋਮਾਣਾ ਉਹਨਾਂ ਦੀ ਇਹ ਤਸਵੀਰ ਹੈ ਜਿਨ੍ਹਾਂ ਵੱਲੋਂ ਮੰਜੇ ਤੇ ਇਸ ਤਰੀਕੇ ਨਾਲ ਪੈਰ ਰੱਖਿਆ ਗਿਆ। ਇਹ ਕੱਲ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਠਿੰਡਾ ਫੇਰੀ ਦੀਆਂ ਤਸਵੀਰਾਂ ਨੇ। ਇਸ ਮੌਕੇ ਤੇ ਖਾਸ ਤੌਰ ਤੇ ਸੀਐਮ ਜਿਹੜੇ ਮੰਜੇ ਤੇ ਬੈਠਾ ਹੋਵੇ ਉੱਥੇ ਇੱਕ ਪੁਲਿਸ ਅਧਿਕਾਰੀ ਦਾ ਇਸ ਤਰੀਕੇ ਨਾਲ ਪੈਰ ਰੱਖ ਕੇ ਮੰਜੇ ਤੇ ਖੜੇ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਖੜੇ ਕਰਦਾ ਹੈ ਜਾਂ ਕਹੀਏ ਕਿ ਪ੍ਰੋਟੋਕੋਲ ਦੀ ਇਸ ਨੂੰ ਉਲੰਘਣਾ ਦੇ ਤੌਰ ਤੇ ਦੇਖਿਆ ਜਾ ਰਿਹਾ ਕਿ ਮੁੱਖ ਮੰਤਰੀ ਜਿਹੜਾ ਸਟੇਟ ਦਾ ਮੁਖੀ ਹੋਵੇ ਉਹ ਇੱਕ ਮੰਜੇ ਤੇ ਬੈਠਾ ਹੋਵੇ ਤੇ ਉੱਥੇ ਇੱਕ ਡੀਐਸਪੀ ਉਸੇ ਮੰਜੇ ਤੇ ਲੱਤ ਰੱਖ ਕੇ ਖੜੇ ਹੋਣ ਤਾਂ ਪ੍ਰੋਟੋਕੋਲ ਦੀ ਉਲੰਘਣਾ ਇਸ ਨੂੰ ਸਮਝਿਆ ਜਾ ਸਕਦਾ ਹੈ। ਇੱਕ ਗੱਲ ਸਮਝ ਲਓ ਕਿ ਜੇ ਉਹਨੂੰ ਪਿੰਡ ਵਾਲੇ ਕਹਿ ਰਹੇ ਮੈਂ ਪਿੰਡ ਵਾਲਿਆਂ ਦੀ ਸੁਣਨੀ ਤੁਹਾਡੀ ਨਹੀਂ। ਜੀ ਸਰ ਬਿਹਤਰ। ਸੂਰਜਪਾਨ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ।
ਸੂਰਜਭਾਨ ਸਾਡੇ ਸਹਿਯੋਗੀ ਜੁੜੇ ਨੇ ਗੱਲਬਾਤ ਕਰਨ ਦੇ ਲਈ। ਸੂਰਜ, ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ, ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਸੀਐਮ ਜਿੱਥੇ ਬੈਠੇ ਹੋਣ ਉੱਥੇ ਬਹੁਤ ਖਾਸ ਤੌਰ ਤੇ ਜਿਹੜੇ ਅਧਿਕਾਰੀ ਹੁੰਦੇ ਆ ਜਿਨ੍ਹਾਂ ਦੀ ਡਿਊਟੀ ਲੱਗੀ ਹੁੰਦੀ ਆ ਉਹਨਾਂ ਨੂੰ ਬਹੁਤ ਇੱਕ ਅਟੈਂਸ਼ਨ ਮੋਡ ਦੇ ਵਿੱਚ ਖੜੇ ਹੋਣਾ ਪੈਂਦਾ, ਪਰ ਇਸ ਨੂੰ ਪ੍ਰੋਟੋਕੋਲ ਦੀ ਉਲੰਘਣਾ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਇਸ ਤਸਵੀਰ ਨੂੰ, ਜਾਂ ਦੇਖਿਆ ਜਾ ਰਿਹਾ ਹੈ ਕਿ ਕਿਸੇ ਹਾਇਰ ਅਥਾਰਟੀਜ਼ ਨਾਲ ਗੱਲਬਾਤ ਹੋਈ ਹੈ ਜਾਂ ਕੀ ਕੋਈ ਪ੍ਰਤੀਕਰਮ ਆਇਆ ਕਿ ਕਿਉਂ ਇਸ ਤਰੀਕੇ ਦੀ ਕੁਤਾਹੀ ਹੋਈ ਜਾਂ ਅਣਜਾਣੇ 'ਚ ਹੋਈ ਜਾਂ ਕਿਵੇਂ ਹੋਈ? ਕੋਈ ਕਿਸੇ ਨੇ ਕੋਈ ਇਸ ਤੇ ਆਪਣਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ? ਦੇਖੋ, ਇਹ ਤਸਵੀਰਾਂ ਵਿਜੇ ਕੱਲ ਦੀਆਂ ਨੇ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਥੇ ਆਉਂਦੇ ਨੇ ਤੇ ਬੜੇ ਹੀ ਆਰਾਮ ਦੇ ਨਾਲ ਉਹ ਮੰਜੇ ਤੇ ਬੈਠ ਕੇ ਕਿਸਾਨ ਦੇ ਨਾਲ ਗੱਲਬਾਤ ਕਰਦੇ ਨੇ। ਉਸੇ ਜਗ੍ਹਾ ਤੇ ਬਠਿੰਡਾ ਦੇ ਡੀਐਸਪੀ ਗੁਰਜੀਤ ਸਿੰਘ ਰਮਾਣਾ ਮੌਜੂਦ ਸੀਗੇ। ਹਾਲਾਂਕਿ ਡਿਊਟੀ ਉਹਨਾਂ ਦੀ ਸੀਐਮ ਦੇ ਨਾਲ ਲਾਈ ਹੋਈ ਸੀ, ਪਰ ਜਨਾਬ ਮਰਿਆਦਾ ਭੁੱਲ ਗਏ, ਪ੍ਰੋਟੋਕਾਲ ਭੁੱਲ ਗਏ ਕਿ ਆਖਿਰਕਾਰ ਮੁੱਖ ਮੰਤਰੀ ਦੇ ਸਾਹਮਣੇ ਕਿਸ ਤਰ੍ਹਾਂ ਡਿਸਪਲਿਨ ਦੇ ਵਿੱਚ ਖੜਨਾ ਹੁੰਦਾ ਹੈ, ਔਰ ਆਰਾਮ ਦੇ ਨਾਲ ਉਹੀ ਬੂਟ ਸ਼ੂਜ਼ ਪਾਏ ਹੋਏ ਸੀ ਵਰਦੀ ਵਾਲੇ, ਔਰ ਉਹੀ ਬੂਟ ਮੰਜੇ ਦੇ ਪਾਵੇ ਤੇ ਰੱਖਦੇ ਹੋਏ ਨਜ਼ਰ ਆ ਰਹੇ ਸੀ। ਹਾਲਾਂਕਿ ਤਸਵੀਰਾਂ ਜਦੋਂ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀਆਂ ਨੇ, ਤਰ੍ਹਾਂ ਦੇ ਕਮੈਂਟ ਹੈ ਲੋਕ ਕਰਦੇ ਆ ਰਹੇ ਨੇ, ਪਰ ਦੂਸਰੇ ਪਾਸੇ ਐਸਐਸਪੀ ਨੇ ਉਹ ਇਸ ਮਾਮਲੇ ਤੋਂ ਆਪਣੇ ਆਪ ਨੂੰ ਅਣਜਾਣ ਦੱਸ ਰਹੇ ਨੇ, ਕਹਿ ਰਹੇ ਨੇ ਕਿ ਥਕਾਵਟ ਵੀ ਹੋ ਸਕਦੀ ਹੈ ਬੰਦੇ ਨੂੰ, ਪਰ ਕਿਤੇ ਨਾ ਕਿਤੇ ਜਾ ਕੇ ਪ੍ਰੋਟੋਕਾਲ ਜਿੱਥੇ ਹੁੰਦਾ ਹੈਗਾ ਪ੍ਰੋਟੋਕਾਲ ਨੂੰ ਫੋਲੋ ਕਰਨਾ ਹੁੰਦਾ ਹੈਗਾ। ਔਰ ਇਹ ਜਿਹੜੀ ਵੀਡੀਓ ਹੈ ਇਹ ਵੀ ਸਰਕਾਰੀ ਕਿਸੇ ਅਧਿਕਾਰੀਆਂ ਨੇ ਹੀ ਅੱਗੇ ਜਾ ਕੇ ਵਾਇਰਲ ਕੀਤੀ ਹੈ। ਅਸੀਂ ਕੋਈ ਪਰਸਨਲ ਇਸ ਵੀਡੀਓ ਨੂੰ ਨਹੀਂ ਬਣਾਇਆ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਗੁਰਜੀਤ ਸਿੰਘ ਰਮਾਣਾ ਕਾਫੀ ਦਬੰਗ ਅਫਸਰ ਮੰਨੇ ਜਾਂਦੇ ਨੇ, ਕਾਫੀ ਬਠਿੰਡਾ ਦੇ ਵਿੱਚ ਉਹਨਾਂ ਦਾ ਨਾਂ ਹੈ, ਪਰ ਜਦੋਂ ਉਹਨਾਂ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਤਾਂ ਕਿਤੇ ਨਾ ਕਿਤੇ ਜਾ ਕੇ ਆਲੋਚਨਾ ਕਰਨੀ ਬਣਦੀ ਹੈ। ਕੀ ਕੋਈ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਸੂਰਜ? ਉਹਨਾਂ ਨੇ ਕੋਈ ਪ੍ਰਤੀਕਰਮ ਦਿੱਤਾ ਹੋਵੇ, ਕਿਉਂਕਿ ਮੀਡੀਆ ਦੇ ਨਾਲ ਤਾਂ ਬੜੀ ਖੁੱਲ੍ਹ ਕੇ ਗੱਲਬਾਤ ਕਰ ਲੈਂਦੇ ਨੇ ਗੁਰਜੀਤ ਰਮਾਣਾ। ਦੇਖੋ, ਰਮਾਣਾ ਕਹਿ ਰਹੇ ਸੀ ਕਿ ਸਵੇਰ ਤੋਂ ਲੈ ਕੇ ਡਿਊਟੀ ਉਹਨਾਂ ਦੀ ਲੱਗੀ ਹੋਈ ਸੀ, ਪਰ ਜਦੋਂ ਅਚਾਨਕ ਉਹ ਉਸ ਜਗ੍ਹਾ ਦੇ ਉੱਪਰ ਪਹੁੰਚੇ ਜਿਸ ਜਗ੍ਹਾ ਦੀ ਇਹ ਤਸਵੀਰਾਂ ਵਾਇਰਲ ਹੋਈਆਂ ਸੀ, ਕਿ ਅਚਾਨਕ ਹੀ ਉਹਨਾਂ ਨੇ ਜਿਹੜਾ ਪੈਰ ਸੀ ਉਹ ਉੱਪਰ ਰੱਖ ਲਿਆ ਤੇ ਉਸੇ ਟਾਈਮ ਵੀਡੀਓ ਸੀ ਜਿਹੜੀ ਉਸਦੀ ਕੈਪਚਰ ਹੋ ਗਈ। ਉਹ ਕਹਿ ਰਹੇ ਕਿ ਸਾਡੀ ਕੋਈ ਇਸ ਤਰ੍ਹਾਂ ਦੀ ਮਨਸ਼ਾ ਨਹੀਂ ਸੀ, ਹੋ ਸਕਦਾ ਕਿਸੇ ਟਾਈਮ ਬੰਦੇ ਨੂੰ ਥਕਾਵਟ ਹੋਵੇ, ਪਰ ਲੱਗਦਾ ਹੈ ਕਿਤੇ ਨਾ ਕਿਤੇ ਜਾ ਕੇ ਗਲਤ ਜ਼ਰੂਰ ਹੋਇਆ। ਇਹ ਗੱਲ ਡੀਐਸਪੀ ਗੁਰਜੀਤ ਸਿੰਘ ਰਮਾਣਾ ਵੀ ਮੰਨ ਰਹੇ ਨੇ, ਪਰ ਦੂਸਰੇ ਪਾਸੇ ਐਸਐਸਪੀ ਕਿਤੇ ਨਾ ਕਿਤੇ ਜਾ ਕੇ ਇਸ ਮਾਮਲੇ ਨੂੰ ਲੈ ਕੇ ਬਚਾਅ ਜ਼ਰੂਰ ਕਰਦੇ ਆ ਰਹੇ ਨੇ। ਕਹਿੰਦੇ ਨੇ ਕਿ ਹੋ ਸਕਦਾ ਕਿਤੇ ਹੋ ਗਿਆ ਹੋਵੇ, ਪਰ ਪ੍ਰੋਟੋਕਾਲ ਹੈ ਜਿਹੜਾ ਮਸਟ ਉਹ ਲਾਜ਼ਮੀ ਹੈ ਕਿਤੇ ਨਾ ਕਿਤੇ ਜਾ ਕੇ ਅਫਸਰਾਂ ਤੇ। ਠੀਕ ਹੈ, ਧੰਨਵਾਦ ਸੂਰਜ ਇਸ ਜਾਣਕਾਰੀ ਦੇ ਲਈ, ਇਸ ਗੱਲਬਾਤ ਦੇ ਲਈ। ਤਾਂ ਡੀਐਸਪੀ ਗੁਰਜੀਤ ਰਮਾਣਾ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ, ਜਿਨ੍ਹਾਂ ਦੀ ਇਹ ਤਸਵੀਰ ਹੈ, ਉਹ ਇਹ ਜ਼ਰੂਰ ਮੰਨ ਰਹੇ ਨੇ ਕਿ ਉਹਨਾਂ ਤੋਂ ਅਣਜਾਣੇ ਦੇ ਵਿੱਚ ਜਾਂ ਇਸ ਤਰੀਕੇ ਨਾਲ ਰੱਖਿਆ ਗਿਆ ਜਾਂ ਇਸ ਨੂੰ ਗਲਤੀ ਦੇ ਤੌਰ ਤੇ ਦੇਖਿਆ ਜਾ ਸਕਦਾ, ਐਸੀ ਕੋਈ ਮਨਸ਼ਾ ਨਹੀਂ ਸੀ, ਪਰ ਜਿੱਥੇ ਸੀਐਮ ਬੈਠੇ ਹੋਣ ਉੱਥੇ ਫਿਰ ਪ੍ਰੋਟੋਕੋਲ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਸੋ ਅਧਿਕਾਰੀ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਉਸ ਵੇਲੇ ਸੀਐਮ ਦੇ ਨਾਲ ਬਹੁਤ ਅਟੈਂਸ਼ਨ ਮੋਡ ਦੇ ਵਿੱਚ ਖੜੇ ਹੁੰਦੇ ਨੇ। ਅਸੀਂ ਹੁਣ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਟੈਲੀਫੋਨ ਟਰਾਈ ਕੀਤਾ ਗਿਆ ਡੀਐਸਪੀ ਗੁਰਜੀਤ ਸਿੰਘ ਰਮਾਣਾ ਦਾ, ਪਰ ਉਹਨਾਂ ਨੇ ਟੈਲੀਫੋਨ ਚੱਕਿਆ ਨਹੀਂ। ਸੋ ਕੋਸ਼ਿਸ਼ ਕਰਾਂਗੇ ਫਿਰ ਉਹਨਾਂ ਦੇ ਨਾਲ ਦੁਬਾਰਾ ਰਾਬਤਾ ਕਾਇਮ ਕਰਨ ਦੀ, ਗੱਲਬਾਤ ਕਰਨ ਦੀ।